सच नानक होसी भी सच। कहाँ बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप ले हो तुम कथा सुधारी। हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जीओ। आसा महला चौथा घर दूजा। एक ओंकार सतगुर प्रसाद। तू करता सचियार मैंडा साईं। जो तो पावै सोई थीसी जो तू देह सोई हो पाई। तू करता सचियार मैडा साईं। जो तो पावै सोई थीसी जो तू देह सोई हो पाई। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज कलयुग के तारन हारे शब्द गुरु ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੇ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਜਿਵੇਂ ਪਹਿਲੇ ਸਰੂਪ ਅੰਦਰ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੇ ਬੇਨਤੀ ਕਰਨ 'ਤੇ 100 ਦਰ ਫਿਰ ਉਚਾਰਨ ਕੀਤਾ ਸੀ। ਇਵੇਂ ਮਹਾਰਾਜ ਆਪ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਤੂੰ ਕਰਤਾ ਸਚਿਆਰ ਮੈਡਾ ਸਾਈ ਇਹ ਪ੍ਰਮਾਤਮਾ ਦੀ ਉਸਤਤ ਦੁਬਾਰਾ ਫਿਰ ਦੁਹਰਾ ਕੇ ਮਹਾਰਾਜ ਸਾਹਿਬ ਜੀ ਉਚਾਰਨ ਕਰੋ। ਸਿੱਖਾਂ ਦੇ ਬੇਨਤੀ ਕਰਨ 'ਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਸਾ ਰਾਗ ਅੰਦਰ 365 ਅੰਗ 'ਤੇ ਇਸ ਪਾਵਨ ਸ਼ਬਦ ਨੂੰ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਆਓ ਸਤ ਸੰਗਤ ਜੀ
ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੂਜੇ ਘਰ ਸੁਰ ਤਾਲ ਅੰਦਰ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰ ਰਹੇ ਨੇ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਤ ਕਹੀਏ ਕਿ ਤ੍ਰੈਕਾਲ ਪਰਮਾਤਮਾ ਤਿੰਨਾਂ ਸਮਿਆਂ ਵਿੱਚ ਸੱਚ ਹੈ। ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਇੱਕ ਰਸ ਰਹਿਣ ਵਾਲਾ ਉਹ ਪਰਮਾਤਮਾ ਜੀ ਦਾ ਸਵਰੂਪ ਹੈ। ਐਸਾ ਮਹਾਰਾਜ ਕਹਿੰਦੇ ਗੁਰੂ ਕਿਰਪਾ ਦੁਆਰਾ ਓੰਕਾਰ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਤੂੰ ਕਰਤਾ ਸਚਿਆਰ ਮੈਡਾ ਸਾਈਂ। ਪਰਮਾਤਮਾ ਜੀ ਦੇ ਸਨਮੁਖ ਹੋ ਕੇ ਉਚਾਰਨ ਕਰ ਰਹੇ ਨੇ। ਹੇ ਪਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਾਡਾ ਮਾਲਕ ਹੈ ਔਰ ਸਦਾ ਰਹਿਣ ਵਾਲਾ ਪਰਮੇਸ਼ਰ ਆਪ ਜੀ ਦਾ ਸਵਰੂਪ ਹੈ। ਜੋ ਕੁਝ ਵੀ ਸੰਸਾਰ ਦੇ ਅੰਦਰ ਦਿਸਦਾ ਹੈ ਜਾਂ ਫਿਰ ਜਿੰਨੀਆਂ ਵੀ ਦੈਵੀ ਸ਼ਕਤੀਆਂ, ਕੋਈ ਗੁਪਤ ਸ਼ਕਤੀਆਂ ਵੀ ਹਨ ਜਿਨ੍ਹਾਂ ਨੂੰ ਨੇਤਰਾਂ ਦੇ ਨਾਲ ਭਾਵੇਂ ਦੇਖਿਆ ਨਹੀਂ ਜਾ ਸਕਦਾ ਪਰ ਉਹਨਾਂ ਦੇ ਬਾਬਤ ਸੁਣਿਆ ਜ਼ਰੂਰ ਹੁੰਦਾ। ਅਸੀਂ ਸੁਣਦੇ ਵੀ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਭਾਵੇਂ ਸੁਣਿਆ ਜਾਵੇਗਾ, ਪਰ ਉਹਨਾਂ ਨੂੰ ਨੇਤਰਾਂ ਦੁਆਰਾ ਅੱਖਾਂ ਦੇ ਨਾਲ ਦੇਖਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਭਾਵੇਂ ਜਿੰਨੀ ਮਰਜ਼ੀ ਵੱਡੀ ਕੋਈ ਦੈਵੀ ਸ਼ਕਤੀ ਹੋਵੇ, ਭਾਵੇਂ ਕੋਈ ਆਕਾਰ ਕਰਕੇ ਹੈ, ਭਾਵੇਂ ਨਿਰਆਕਾਰ ਹੈ, ਪਰ ਸਦਾ ਵਾਸਤੇ ਰਹਿਣਾ ਕਿਸੇ ਦਾ ਵੀ ਸੰਸਾਰ ਵਿੱਚ ਬਣਦਾ ਨਹੀਂ ਹੈ। ਸਚਿਆਰ ਸ਼ਬਦ ਕਿਸੇ ਵਾਸਤੇ ਵੀ ਸੰਸਾਰ ਦੇ ਅੰਦਰ ਨਹੀਂ ਵਰਤਿਆ ਗਿਆ। ਕੇਵਲ ਇਹ ਪ੍ਰਮਾਤਮਾ ਦੇ ਲਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਕਿ ਜੋ ਸਦਾ ਰਹਿਣ ਵਾਲਾ ਹੈ ਉਸ ਨੂੰ ਸਚਿਆਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਕਥਨ ਕੀਤਾ ਗਿਆ ਹੈ। ਨਹੀਂ ਤਾਂ ਹਰ ਇੱਕ ਜੀਵ ਦੀ, ਹਰ ਇੱਕ ਦੈਵੀ ਸ਼ਕਤੀ ਦੀ, ਜਿੰਨੇ ਵੀ ਸੰਸਾਰ ਦੇ ਅੰਦਰ ਸ਼ਕਤੀਆਂ ਹਨ, ਸਭ ਦੀ ਪਰਮਾਤਮਾ ਨੇ ਪਰਾਰਬਧ ਲਿਖੀ ਹੈ। ਹਰ ਇੱਕ ਜੀਵ ਜੰਤੂ ਦੀ ਪਰਮਾਤਮਾ ਨੇ ਪਰਾਰਬਧ ਆਰਬਲਾ ਲਿਖੀ ਹੋਈ ਹੈ। ਉਹ ਆਪੋ ਆਪਣੀ ਆਰਬਲਾ ਉਮਰਾਂ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਜਾਂਦੇ, ਫਿਰ ਦੁਬਾਰਾ ਜਨਮ ਧਾਰਨ ਕਰ ਲੈਂਦੇ ਹਨ। ਜਿਸ ਕਿਸੇ ਜੀਵ ਤੇ ਪ੍ਰਮਾਤਮਾ ਤਰਸ ਕਰ ਲੈਂਦਾ, ਪੂਰਬਲੇ ਨਿਸ਼ਕਾਮ ਜਿਹੜੀ ਕੀਤੀ ਹੋਈ ਭਗਤੀ ਪੁੰਨ ਜਿਸ ਜੀਵ ਦਾ ਜਾਗ ਪੈਂਦਾ, ਉਸ ਨੂੰ ਪ੍ਰਮਾਤਮਾ ਆਪਣੇ ਸਰੂਪ ਦੀ ਅਪੇਰਤਾ ਬਖਸ਼ਿਸ਼ ਕਰ ਦਿੰਦਾ ਹੈ। ਉਸ ਜੀਵ ਨੂੰ ਵੀ ਸਚਿਆਰ ਬਣਾ ਲੈਂਦਾ ਹੈ। ਬਾਕੀ ਸੰਸਾਰ ਦੇ ਅੰਦਰ ਨਹੀਂ ਤਾਂ ਆਵਾਗਮਨ ਦਾ ਚੱਕਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਬਣਿਆ ਰਹਿੰਦਾ। ਕੇਵਲ ਇੱਕ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ ਹੈ ਜੋ ਸਦਾ ਰਹਿਣ ਵਾਲਾ ਹੈ। ਮਾਲਕ ਪਰਮਾਤਮਾ ਤੂੰ ਸਦਾ ਰਹਿਣ ਵਾਲਾ ਹੈ। ਹੇ ਸਚਿਆਰ ਪਰਮੇਸ਼ਰ ਆਪ ਜੀ ਦਾ ਸਰੂਪ ਸਦਾ ਰਹਿੰਦਾ ਹੈ। ਜੋ ਤਾ ਭਾਵੈ ਸੋਈ ਥੀਸੀ। ਹੇ ਪ੍ਰਮਾਤਮਾ, ਜੋ ਆਪ ਜੀ ਨੂੰ ਭਾਵੰਦਾ ਸੀ ਉਹ ਕੁਝ ਹੁੰਦਾ ਸੀ। ਸੰਸਾਰ ਦੇ ਅੰਦਰ ਜਿੰਨਾ ਵੀ ਵਰਤਾਰਾ ਵਰਤ ਰਿਹਾ ਸੀ ਉਹ ਆਪ ਜੀ ਨੂੰ ਭਾਇਆ ਸੀ। ਹੁਣ ਜਿਵੇਂ ਆਪ ਜੀ ਨੂੰ ਭਾਵੰਦਾ ਪਿਆ ਉਹ ਕੁਝ ਸੰਸਾਰ ਦੇ ਅੰਦਰ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਜੋ ਕੁਝ ਭਾਵੇਗਾ ਉਹ ਕੁਝ ਹੋਵੇਗਾ। ਆਪਣੇ ਜੀਵ ਦਾ ਕੋਈ ਬਲ ਨਹੀਂ, ਆਪਣਾ ਕੋਈ ਚਾਰਾ ਨਹੀਂ ਹੈ। ਭਾਵੇਂ ਬਹੁਤ ਸਾਧ ਸੰਗਤ ਜੀ ਅਸੀਂ ਦਾਅਵੇ ਕਰਦੇ ਹਾਂ, ਬੜਾ ਯਤਨ ਕੀਤਾ ਜਾਂਦਾ ਹੈ, ਬੜੇ ਬੜੇ ਹੰਕਾਰ ਦੇ ਸਿੱਧ ਹੋ ਕਰਕੇ ਕਈ ਵਾਰ ਡਿੰਗਾ ਮਾਰੀਆਂ ਜਾਂਦੀਆਂ,
ਕਿ ਮੈਂ ਇਵੇਂ ਕਰ ਦੇਵਾਂਗਾ, ਆਉਣ ਵਾਲੇ ਸਮੇਂ ਵਿੱਚ ਮੈਂ ਇਵੇਂ ਕਰ ਦੇਵਾਂਗਾ। ਪਰ ਹਜ਼ੂਰ ਨੇ ਫਰਮਾਨ ਕੀਤਾ, ਜੋ ਤਉ ਭਾਵੈ ਸੋਈ ਥੀਸੀ। हे ਪ੍ਰਮਾਤਮਾ ਜੀ, ਜੋ ਆਪ ਜੀ ਨੂੰ ਭਾਵਦਾ ਉਹ ਕੁਝ ਹੋ ਰਿਹਾ ਹੈ। ਮਹਾਰਾਜ, ਆਪਣੇ ਬਲ ਦੇ ਨਾਲ ਕਿਸੇ ਜੀਵ ਦੀ ਕੋਈ ਸਮਰੱਥਾ ਨਹੀਂ ਹੈ। ਜੋ ਤੂੰ ਦੇਹ ਸੋਈ ਹਉ ਪਾਈ। ਤੇ ਜੋ ਕੁਝ ਪ੍ਰਮਾਤਮਾ ਆਪ ਜੀ ਨੇ ਸਾਨੂੰ ਬਖਸ਼ਿਆ ਸੀ ਉਹ ਕੁਝ ਪ੍ਰਾਪਤ ਹੋਇਆ ਸੀ। ਹੁਣ ਵੀ ਜੋ ਕੁਝ ਬਖਸ਼ ਰਹੇ ਹੋ ਉਹ ਕੁਝ ਹੀ ਮਿਲਦਾ ਪਿਆ। ਆਉਣ ਵਾਲੀ ਸਮੇਂ ਵਿੱਚ ਜੋ ਸਾਡੀ ਪ੍ਰਾਰਬਧ ਹੈ ਉਸੇ ਅਨੁਸਾਰ ਸਾਨੂੰ ਪ੍ਰਾਪਤ ਹੋਵੇਗਾ। ਜੋ ਮਹਾਰਾਜ ਆਪ ਜੀ ਨੇ ਧੁਰ ਸਾਨੂੰ ਇਹ ਮਸਤਕ ਦਾ ਲੇਖ ਲਿਖ ਕਰਕੇ ਪਾ ਦਿੱਤਾ ਹੈ, ਜਿਹੋ ਜਿਹੀ ਪ੍ਰਮਾਤਮਾ ਆਪ ਜੀ ਨੇ ਜੀਵਾਂ ਦੀ ਲਿਖਤ ਲਿਖ ਕਰਕੇ ਪਾਈ ਹੈ, ਉਹ ਕੁਝ ਸੰਸਾਰ ਦੇ ਅੰਦਰ ਜੀਵਾਂ ਨੂੰ ਦੁੱਖ ਸੁੱਖ ਮਾਨ ਅਪਮਾਨ ਉਸਤਤ ਨਿੰਦਿਆ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ ਪਿਆ ਹੈ। ਜੋ ਕੁਝ ਪ੍ਰਮਾਤਮਾ ਆਪ ਜੀ ਨੇ ਲਿਖਤ ਲਿਖ ਦੇਣਾ ਕੀਤੀ ਹੈ, ਕਈ ਵਾਰ ਬਾਰ-ਬਾਰ ਸੰਸਾਰ ਦੇ ਜੀਵਾਂ ਦੇ ਸਿਰ ਦੋਸ਼ ਮੜਿਆ ਜਾਂਦਾ ਹੈ, ਪਰ ਹਜ਼ੂਰ ਨੇ ਉਚਾਰਨ ਕੀਤਾ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। हे ਮਹਾਰਾਜ, ਜੋ ਕੁਝ ਆਪ ਜੀ ਨੇ ਬਖਸ਼ਿਆ ਜੀਵਨ ਦੇ ਵਿੱਚ ਉਹ ਕੁਝ ਅਸਾਂ ਨੇ ਪਾਇਆ ਹੈ। ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸਭ ਤੇਰੀ ਤੂੰ ਸਭਨੀ ਧਿਆਇਆ। हे ਪ੍ਰਮਾਤਮਾ ਜੀ, ਸਾਰੀ ਸ੍ਰਿਸ਼ਟੀ ਆਪ ਜੀ ਦੀ ਪੈਦਾ ਕੀਤੀ ਹੈ। ਹਰ ਇੱਕ ਜੀਵ ਆਪ ਜੀ ਨੂੰ ਧਿਆਉਂਦਾ ਪਿਆ ਹੈ। ਜਿਹੋ ਜਿਹੇ ਕਿਸੇ ਦੀ ਬੋਲੀ ਹੈ, ਜਿਹੋ ਜਿਹੇ ਕਿਸੇ ਜੀਵ ਦੀ ਭਾਸ਼ਾ ਹੈ, ਜਿਹੋ ਜਿਹੇ ਢੰਗ ਦੇ ਨਾਲ ਕੋਈ ਮਹਾਰਾਜ ਆਪ ਜੀ ਨੂੰ ਧਿਆਉਂਦਾ, ਪਰ ਹਰ ਇੱਕ ਜੀਵ ਆਪ ਜੀ ਦਾ ਚਿੰਤਨ ਕਰਦਾ ਪਿਆ ਹੈ। ਹਰ ਇੱਕ ਜੀਵ ਮਹਾਰਾਜ ਆਪੋ ਆਪਣੀ ਭਾਸ਼ਾ ਵਿੱਚ, ਆਪੋ ਆਪਣੀ ਬੋਲੀ ਦੇ ਵਿੱਚ, ਜਿਹੋ ਜਿਹੇ ਕਿਸੇ ਦੀ ਧੁਨੀ ਹੈ, ਜਿਹੋ ਜਿਹੇ ਕਿਸੇ ਦੀ ਮਹਾਰਾਜ ਬੋਲਣ ਦੀ ਸਮਰੱਥਾ ਹੈ, ਜਿੱਦਾਂ ਦੀ ਕਿਸੇ ਨੂੰ ਪ੍ਰਮਾਤਮਾ ਆਪ ਜੀ ਨੇ ਬੁੱਧੀ ਦਾ ਬਲ ਬਖਸ਼ਿਸ਼ ਕੀਤਾ ਹੈ, ਉਸੇ ਅਨੁਸਾਰ ਆਪ ਜੀ ਨੂੰ ਧਿਆਉਂਦਾ ਪਿਆ। ਮਹਾਰਾਜ, ਸਾਰੀ ਸ੍ਰਿਸ਼ਟੀ ਆਪ ਜੀ ਦੀ ਪੈਦਾ ਕੀਤੀ ਹੈ। ਹਰ ਇੱਕ ਸ੍ਰਿਸ਼ਟੀ ਦਾ ਜੀਵ ਮਹਾਰਾਜ ਆਪ ਜੀ ਨੂੰ ਧਿਆਉਂਦਾ ਪਿਆ ਹੈ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਪਰ ਜਿਨ੍ਹਾਂ ਤੇ ਆਪ ਜੀ ਵਿਸ਼ੇਸ਼ ਕਰਕੇ ਕਿਰਪਾ ਕਰ ਦਿੰਦੇ ਹੋ, ਗੁਰੂ ਚਰਨਾਂ ਦੇ ਨਾਲ ਜੋੜਦੇ ਹੋ, ਉਹ ਮਹਾਰਾਜ ਸਾਹਿਬ ਜੀ ਤੋਂ ਨਾਮ ਰੂਪੀ ਰਤਨ ਵਿਸ਼ੇਸ਼ ਕਰਕੇ ਇਹ ਅਮੋਲਕ ਦਾਤ ਪਾ ਲੈਂਦਾ ਹੈ, ਜਿਨ੍ਹਾਂ ਤੇ ਮਹਾਰਾਜ ਆਪ ਜੀ ਦੀ ਮਿਹਰ ਹੋ ਜਾਂਦੀ ਹੈ। ਜਿਵੇਂ ਸੰਸਾਰ ਦੇ ਅੰਦਰ ਭਾਵੇਂ ਬਾਜ਼ਾਰ ਦੇ ਵਿੱਚ ਹਰ ਕੋਈ ਜਾਂਦਾ ਹੈ, ਸਾਧ ਸੰਗਤ ਜੀ, ਹਰ ਕੋਈ ਮਨੁੱਖ ਜਾਂਦਾ ਨਾ ਖਰੀਦਣ ਦੇ ਵਾਸਤੇ ਪਦਾਰਥ ਵਸਤੂਆਂ, ਪਰ ਜਿਹੜੇ ਅਮੋਲਕ ਪਦਾਰਥ ਹੁੰਦੇ ਹੈ ਨਾ, ਉਹਨਾਂ ਨੂੰ ਕੋਈ ਵਿਰਲਾ ਹੀ ਖਰੀਦਦਾ ਹੈ। ਹਰ ਇੱਕ ਜੀਵ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਈ ਵਾਰ ਤਾਂ ਬਹੁਤੇ ਧਨ ਪਦਾਰਥ, ਬਹੁਤਾ ਧਨ ਪੈਸੇ ਬਹੁਤੇ ਨਾ ਹੋਣ ਕਰਕੇ ਵੀ ਜੀਵ ਖਰੀਦ ਨਹੀਂ ਸਕਦਾ, ਤੇ ਕਈ ਵਾਰ ਬੇਸਮਝ ਹੋਣੇ ਕਰਕੇ ਸਾਧ ਸੰਗਤ ਜੀ ਨਹੀਂ ਖਰੀਦ ਸਕਦਾ ਕਿ ਮੈਨੂੰ ਪਰਖ ਹੀ ਨਹੀਂ ਹੈ, ਹੋਰ ਪਦਾਰਥ ਖਰੀਦ ਕਰਕੇ ਆਪਣੇ ਘਰ ਨੂੰ ਵਾਪਸ ਆ ਜਾਂਦਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਜਿਨ੍ਹਾਂ ਜੀਵਾਂ ਤੇ ਪ੍ਰਮਾਤਮਾ ਨੇ ਵਿਸ਼ਿਸ਼ਟ ਕਿਰਪਾ ਕੀਤੀ ਹੈ ਨਾ, ਤਿਨਾਂ ਨੇ ਗੁਰੂ ਚਰਨਾਂ ਵਿੱਚੋਂ ਨਾਮ ਰੂਪੀ ਰਤਨ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਅਮੋਲਕ ਦਾਤ ਪ੍ਰਾਪਤ ਕਰ ਲਈ ਹੈ। ਹੋਰ ਸੰਸਾਰ ਦੇ ਦੁਨਿਆਵੀ ਜੀਵ ਕੋਈ ਸੰਸਾਰ ਦੇ ਦੁਨਿਆਵੀ ਧਨ ਨੂੰ ਖੱਟੀ ਜਾ ਰਿਹਾ ਹੈ, ਕੋਈ ਪਦਾਰਥਾਂ ਦੀ, ਕੋਈ ਕਿਸੇ ਪ੍ਰਕਾਰ ਦੀ ਵਸਤੂ, ਕੋਈ ਕਿਸੇ ਤਰ੍ਹਾਂ ਦੀ, ਪਰ ਗੁਰਮੁਖਾਂ ਨੇ ਨਾਮ ਰੂਪੀ ਰਤਨ ਮਹਾਰਾਜ ਸਾਹਿਬ ਜੀ ਤੋਂ ਪ੍ਰਾਪਤ ਕੀਤਾ, ਜਿਨ੍ਹਾਂ ਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਦਇਆ ਦ੍ਰਿਸ਼ਟੀ ਕਰਕੇ ਗੁਰੂ ਚਰਨਾਂ ਨਾਲ ਜੋੜਿਆ ਹੈ। ਗੁਰਮੁਖ ਲਾਦਾ ਮਨਮੁਖ ਗਵਾਇਆ। हे ਪ੍ਰਮਾਤਮਾ, ਇੱਕ ਉਹ ਗੁਰਮੁਖ ਜਨ ਹਨ ਜੋ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਜੀਵਨ ਨਿਰਵਾਹ ਕਰਦੇ ਹਨ। ਉਹਨਾਂ ਨੂੰ ਪ੍ਰਮਾਤਮਾ ਆਪ ਜੀ ਦਾ ਸਰੂਪ ਹਿਰਦੇ ਘਰ ਦੇ ਵਿੱਚੋਂ ਹੀ ਲਾਦਾ ਲੱਭ ਗਿਆ ਹੈ। ਤੇ ਦੂਜੇ ਪਾਸੇ ਜਿਹੜੇ ਮਨਮੁਖ ਹਨ, ਗੁਰਮੁਖ ਲਾਦਾ ਮਨਮੁਖ ਗਵਾਇਆ। ਮਨਮੁਖਾਂ ਨੇ ਆਪਣੇ ਸਰੂਪ ਤੋਂ ਗਵਾਤ ਜਾਣਾ ਕੀਤਾ, ਭਾਵ ਹਿਰਦੇ ਘਰ ਦੇ ਵਿੱਚੋਂ ਪ੍ਰਮਾਤਮਾ ਨੂੰ ਲੱਭ ਨਹੀਂ ਸਕੇ।
ਉਹ ਸੰਸਾਰ ਰੂਪੀ ਉਜਾੜ ਜੰਗਲ ਦੇ ਵਿੱਚ ਹੀ ਬਾਰ-ਬਾਰ ਭਟਕਦੇ ਰਹਿ ਰਹੇ ਹੈ। ਜਿਵੇਂ ਕੋਈ ਮਨੁੱਖ ਸਾਧ ਸੰਗਤ ਜੀ ਬੀਆਬਾਨ ਜੰਗਲ ਦੇ ਵਿੱਚ ਜਾ ਰਿਹਾ ਹੋਵੇ, ਰਸਤਾ ਖੁੰਝ ਜਾਵੇ, ਉਹ ਆਪਣਾ ਆਪ ਗਵਾ ਲੈਂਦਾ ਹੈ। ਉਹ ਫਿਰ ਬਾਰ-ਬਾਰ ਕਦੇ ਕਿਸੇ ਪਾਸੇ ਟੱਕਰਾ ਮਾਰਦਾ ਹੈ, ਕਦੇ ਕਿਸੇ ਪਾਸੇ ਟੱਕਰਾ ਮਾਰਦਾ, ਕੋਈ ਦੱਸਣ ਵਾਲਾ ਵੀ ਮਿਲਦਾ ਨਹੀਂ। ਇਉਂ ਹੀ ਮਹਾਰਾਜ ਕਹਿੰਦੇ ਕਿ ਜਿਹੜੇ ਮਨਮੁਖ ਜੀਵ ਹਨ, ਸੰਸਾਰ ਰੂਪ ਅੰਦਰ ਭਿਆਨਕ ਜਿਹੜਾ ਬੀਆਬਾਨ ਜੰਗਲ ਹੈ, ਇਹਦੇ ਵਿੱਚ ਪਰਮਾਰਥ ਦੇ ਰਸਤੇ ਤੋਂ ਖੁੰਝੇ ਹੋਏ ਦਰ-ਦਰ ਤੇ ਭਟਕ ਰਹੇ ਹੈ। ਅਗਿਆਤ ਬੇਸਮਝ ਹੋਣੇ ਕਰਕੇ, ਅਗਿਆਨਤਾ ਦੀ ਅੰਧਤਾਈ ਕਰਕੇ ਦਰ-ਦਰ ਤੇ ਠੋਕਰਾਂ ਖਾ ਰਹੇ, ਕਦੇ ਕਿਸੇ ਪਾਸੇ ਭਟਕਦੇ ਹਨ, ਕਦੇ ਕਿਸੇ ਪਾਸੇ ਬਾਰ-ਬਾਰ ਭਟਕੀ ਜਾ ਰਹੇ ਹੈ। ਇਸ ਕਰਕੇ ਹਜੂਰ ਕਹਿੰਦੇ ਮਨਮੁਖਾਂ ਨੇ ਆਪਣੇ ਆਪ ਨੂੰ ਗਵਾ ਲਿਆ ਹੈ ਬੀਆਬਾਨ ਸੰਸਾਰ ਰੂਪੀ ਜੰਗਲ ਦੇ ਵਿੱਚ। ਔਰ ਇਸੇ ਪ੍ਰਕਾਰ ਗੁਰਮੁਖ ਲਾਧਾ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਦੇ ਲਈ, ਪਰਮਾਤਮਾ ਦਾ ਸਰੂਪ ਲੱਭਣ ਦੇ ਜਿਹੜੇ ਸਹਾਇਕ ਬਣਦੇ ਹਨ, ਸ਼ੁਭ ਗੁਣ, ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ ਇਤਿਆਦਿਕ। ਜਿਨ੍ਹਾਂ ਗੁਰਮੁਖਾਂ ਨੇ ਇਹਨਾਂ ਸ਼ੁਭ ਗੁਣਾਂ ਦੀ ਸੰਗਤ ਕੀਤੀ ਹੈ, ਉਹਨਾਂ ਨੂੰ ਪਰਮਾਤਮਾ ਜੀ ਦਾ ਸਰੂਪ ਲੱਭਾ। ਜਾਂ ਫਿਰ ਜਿਨ੍ਹਾਂ ਨੇ ਵਿਚਾਰ ਰੂਪੀ ਨਿਗਾਹ ਦੇ ਨਾਲ ਪਰਮੇਸ਼ਰ ਨੂੰ ਲੱਭਣ ਦਾ ਯਤਨ ਕੀਤਾ ਹੈ, ਗੁਰੂ ਸ਼ਬਦ ਦੀ ਵਿਚਾਰ ਦੁਆਰਾ ਉਹਨਾਂ ਗੁਰਮੁਖਾਂ ਨੇ ਪਰਮਾਤਮਾ ਦੇ ਸਰੂਪ ਨੂੰ ਲੱਭ ਲਿਆ ਕਿ ਅਸੀਂ ਐਵੇਂ ਸੰਸਾਰ ਦੀ ਭਟਕਣਾ ਵਿੱਚ ਪਏ ਸਾਂ, ਪਰਮਾਤਮਾ ਤਾਂ ਸਾਡੇ ਅੰਦਰ ਹੀ ਬੈਠਾ ਸੀ। ਅਕਾਲ ਪੁਰਖ ਵਾਹਿਗੁਰੂ ਜੋਤ ਰੂਪ ਹੋ ਕਰਕੇ ਤਾਂ ਸਾਡੇ ਅੰਦਰ ਹੀ ਪ੍ਰਕਾਸ਼ ਕਰ ਰਿਹਾ ਸੀ, ਅਸੀਂ ਐਵੇਂ ਦਰ-ਦਰ ਤੇ ਭਟਕ ਰਹੇ ਸਾਂ। ਐਸਾ ਗੁਰਮੁਖਾਂ ਨੇ ਸ਼ੁਭ ਗੁਣਾਂ ਦੁਆਰਾ ਅਥਵਾ ਵਿਚਾਰ ਰੂਪੀ ਨਿਗਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਹਿਰਦੇ ਘਰ ਦੇ ਵਿੱਚੋਂ ਹੀ ਸਾਖਸ਼ਾਤ ਕਰ ਲਿਆ ਹੈ। ਪਰ ਜਿਨ੍ਹਾਂ ਮਨਮੁਖਾਂ ਨੇ ਔਗੁਣਾਂ ਦੀ ਸੰਗਤ ਕੀਤੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ ਆਦਿਕ ਦੀ, ਜੋ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਸਹਾਇਕ ਨਹੀਂ ਬਣਦੇ, ਰੁਕਾਵਟ ਜ਼ਰੂਰ ਬਣਦੇ ਹਨ, ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਕਦੇ ਵੀ ਸਹਾਇਕ ਨਹੀਂ ਬਣਦੇ, ਔਗਣ ਪਰਮੇਸ਼ਰ ਤੋਂ ਦੂਰ ਲੈ ਕਰਕੇ ਜਾਂਦੇ ਆ। ਸ਼ੁਭ ਗੁਣ ਜੀਵ ਨੂੰ ਪਰਮਾਤਮਾ ਦੀ ਨੇੜਤਾ ਬਣਾਉਂਦੇ ਹਨ। ਸੋ ਇਸ ਲਈ ਮਹਾਰਾਜ ਕਹਿੰਦੇ ਮਨਮੁਖ ਗਵਾਇਆ। ਮਨਮੁਖਾਂ ਨੇ ਔਗਣਾਂ ਤੇ ਪਾਪ ਕਰਮਾਂ ਦੀ ਖੋਟੀ ਸੰਗਤ ਕਰ ਕਰਕੇ, ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਤਾਂ ਬੁਰਾ, ਪਰ ਪਾਪੀ ਬੰਦੇ ਨੂੰ ਪਿਆਰਾ ਲੱਗਦਾ, ਚੰਗਾ ਲੱਗਦਾ। ਉਹ ਪਾਪ ਕਰਮ ਕਰਕੇ ਬੜਾ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ। ਇਸ ਕਰਕੇ ਪਾਪ ਕਰਮਾਂ ਦੇ ਨਾਲ ਹੀ ਹਰ ਸਮੇਂ ਜੀਵਨ ਭਰ ਉਹ ਪਿਆਰ ਕਰਦਾ ਰਹਿੰਦਾ। ਬੁਰੇ ਕਰਮ ਹਰ ਸਮੇਂ ਕਰਦਾ, ਬੁਰਾ ਸੋਚਦਾ, ਚਿਤਵਦਾ ਰਹਿੰਦਾ ਹੈ। ਇੱਦਾਂ ਦੀ ਪਾਪੀ ਬੰਦੇ ਦੀ ਹਾਲਤ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਇਸ ਲਈ ਜਿਹੜੇ ਮਨਮੁਖ ਜੀਵ ਹਨ, ਔਗੁਣਾਂ ਦੀ ਖੋਟੀ ਸੰਗਤ ਕਰਕੇ ਤਿਨਾਂ ਨੇ ਪ੍ਰਮਾਤਮਾ ਦਾ ਸਰੂਪ ਗਵਾ ਲਿਆ। ਉਹ ਹਿਰਦੇ ਘਰ ਦੇ ਵਿੱਚੋਂ ਹੀ ਉਹਨਾਂ ਨੇ ਪ੍ਰਮਾਤਮਾ ਨੂੰ ਲੱਭਣ ਦਾ ਯਤਨ ਵੀ ਨਹੀਂ ਕੀਤਾ। ਇਸ ਕਰਕੇ ਉਹ ਸੰਸਾਰ ਰੂਪੀ ਬੀਆਬਾਨ ਜੰਗਲ ਦੇ ਵਿੱਚ ਹੀ ਗਵਾਚੇ ਫਿਰ ਰਹੇ ਹੈ। ਗੁਰਮੁਖ ਲਾਧਾ ਮਨਮੁਖ ਗਵਾਇਆ, ਅਥਵਾ ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਧਾਰਨ ਕੀਤਾ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਲੱਭਾ। ਤੇ ਜਿਨ੍ਹਾਂ ਨੇ ਮਨਮੁਖਤਾ ਧਾਰਨ ਕਰਕੇ ਰੱਖੀ ਹੈ, ਮਨਮੁਖਤਾਈ ਦੇ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਅਜਾਈਂ ਗਵਾ ਲਈ ਹੈ। ਮਨਮੁਖਤਾਈ ਕਰਕੇ ਹੀ ਉਹ ਸੰਸਾਰ ਦੀ ਭਟਕਣਾ ਵਿੱਚ ਬਾਰ-ਬਾਰ ਪਏ ਰਹਿੰਦੇ ਹੈ। ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਕੇ ਦਰ-ਦਰ ਤੇ ਠੋਕਰਾਂ ਖਾਂਦੇ ਰਹਿੰਦੇ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ। ਇਸ ਲਈ ਵਾਹਿਗੁਰੂ ਦੀ ਪ੍ਰਾਪਤੀ ਦਾ ਉਹਨਾਂ ਨੇ ਅਵਸਰ ਜਿਹੜਾ ਸੀ ਗਵਾ ਲੈਣਾ ਕੀਤਾ। ਗੁਰਮੁਖਾਂ ਨੇ ਹਰ ਇੱਕ ਸਵਾਸ ਨੂੰ ਸਾਂਭਣ ਦਾ ਯਤਨ ਕੀਤਾ, ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕੀਤਾ। ਪਰ ਜਿਹੜੇ ਮਨਮੁਖ ਹਨ, ਮਨਮੁਖ ਗਵਾਇਆ, ਉਹਨਾਂ ਨੇ ਮਿਲੇ ਹੋਏ ਸਵਾਸ ਸਨ, ਬੜੀ ਅਮੋਲਕ ਦਾਤ ਹੈ, ਉਹ ਵੀ ਗਵਾ ਲਈ ਹੈ। ਸੰਸਾਰ ਦੀਆਂ ਫਜ਼ੂਲ ਗੱਲਾਂ ਬਾਤਾਂ ਕਰਨ ਦੇ ਵਿੱਚ, ਨਿੰਦਿਆ ਚੁਗਲੀ ਝੂਠ ਬੋਲਣ ਦੇ ਵਿੱਚ, ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ, ਕੇਵਲ ਇਹ ਐਸੇ ਜਿਹੜੇ ਸੰਸਾਰ ਦੇ ਨਖਿੱਧ ਕਰਮ ਸਨ, ਉਹਨਾਂ ਵਿੱਚ ਲੱਗ ਕੇ ਹੀ ਮਨਮੁਖਾਂ ਨੇ ਆਪਣੇ ਸ਼ੁਭ ਅਵਸਰ ਨੂੰ ਗਵਾ ਲਿਆ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਪਰ ਇਹ ਪ੍ਰਮਾਤਮਾ ਜੀ, ਇਹਨਾਂ ਜੀਵਾਂ ਦੇ ਵਸ ਵਿੱਚ ਕੁਝ ਵੀ ਨਹੀਂ ਹੈ। ਇਹ ਜੀਵਾਂ ਦਾ ਆਪਣਾ ਕੋਈ ਚਾਰਾ ਥੋੜ੍ਹਾ। ਤੁਧ ਆਪ ਵਿਛੋੜਿਆ,
ਮਹਾਰਾਜ ਆਪ ਹੀ ਜਿਨ੍ਹਾਂ ਨੂੰ ਸੰਸਾਰ ਦੀ ਜਗਤ ਦੀ ਮੋਹ ਮਮਤਾ ਲਗਾਈ ਹੈ, ਉਹਨਾਂ ਨੂੰ ਆਪਣੇ ਸਰੂਪ ਤੋਂ ਵਿਛੋੜ ਕਰਕੇ ਰੱਖਿਆ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੇ ਜਿਨ੍ਹਾਂ ਦੀ ਸੰਸਾਰ ਦੀ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਇਹ ਬੰਧਨਾਂ ਤੋਂ ਜਿਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਹੈ, ਹੇ ਪ੍ਰਮਾਤਮਾ ਉਹਨਾਂ ਨੂੰ ਆਪ ਹੀ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਮਹਾਰਾਜ ਜਿਨ੍ਹਾਂ ਜਗਿਆਸੂਆਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਜਿਹੜੇ ਔਗਣ ਕਦੇ ਵੀ ਜ਼ਿੰਦਗੀ ਵਿੱਚ ਛੁੱਟਦੇ ਨਹੀਂ ਸਨ, ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਔਗਣ ਛੁੱਟਦੇ ਨਹੀਂ ਸੀ, ਪਰ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਉਹਨਾਂ ਦੇ ਔਗਣ ਵੀ ਮਹਾਰਾਜ ਛੁਡਾ ਦਿੱਤੇ ਹੈ। ਕਿਉਂਕਿ ਸਾਧ ਸੰਗਤ ਜੀ, ਜੀਵਨ ਦੇ ਵਿੱਚ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਅਤੇ ਔਗੁਣਾਂ ਨੂੰ ਛੱਡਣਾ ਬੜਾ ਔਖਾ ਹੈ। ਕਈ ਵਾਰ ਜ਼ਿੰਦਗੀ ਵੀ ਸੁਭਾਅ ਜਿੱਥੇ ਕਿ ਜੇ ਮਨੁੱਖ ਦਾ ਟਿਕ ਜਾਵੇ ਨਾ, ਉਹ ਸੁਭਾਅ ਨੂੰ ਛੱਡਣਾ ਬੜਾ ਔਖਾ ਹੋ ਜਾਂਦਾ। ਭਾਵੇਂ ਲੱਖ ਯਤਨ ਕੀਤੇ ਜਾਣ, ਬਹੁਤਾ ਸਮਝਾਇਆ ਵੀ ਜਾਵੇ ਉਸ ਮਨੁੱਖ ਨੂੰ, ਪਰ ਕਹਿੰਦਾ ਕਿ ਮੇਰਾ ਸੁਭਾਅ ਹੀ ਇੱਦਾਂ ਦਾ। ਇਹੋ ਜਵਾਬ ਹੁੰਦਾ ਹੈ ਨਾ। ਅੱਗੋਂ ਇਹ ਜਵਾਬ ਮਿਲਦਾ ਕਿ ਨਹੀਂ, ਮੇਰਾ ਸੁਭਾਅ ਹੀ ਇੱਦਾਂ ਦਾ, ਮੇਰਾ ਸੁਭਾਅ ਹੀ ਇਸੇ ਤਰ੍ਹਾਂ ਟਿਕ ਗਿਆ, ਮੈਂ ਕਰਾਂ ਕੀ। ਇਉਂ ਕਹਿ ਲਈਏ ਕਿ ਜੇ ਕਿਤੇ ਸੁਭਾਅ ਮਾੜਾ ਹੈ ਤੇ ਉਹ ਬੰਦੇ ਦਾ ਔਗਣ ਹੈ, ਤੇ ਜੇ ਸੁਭਾਅ ਚੰਗਾ ਹੈ, ਕਈ ਵਾਰ ਕੋਈ ਗੁਰਸਿੱਖ ਗੁਰਬਾਣੀ ਪੜ੍ਹਦੇ ਰਹਿੰਦੇ ਆ, ਉਹਨਾਂ ਦੇ ਨਾਲ ਕੋਈ ਵਚਨ ਮਿਲਾਸ ਕਰਨ ਦਾ ਯਤਨ ਕਰਦੇ ਆ, ਪਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਹ ਉਹਨਾਂ ਦਾ ਆਪਣਾ ਸੁਭਾਅ, ਪਰ ਇਹ ਸੁਭਾਅ ਚੰਗਾ ਹੈ ਜਿਹੜਾ ਚੰਗੇ ਪਾਸੇ ਲੱਗਣਾ। ਪਰ ਹਰ ਸਮੇਂ ਬੁਰਿਆਈ ਵਿੱਚ ਲੱਗਣਾ, ਉਹ ਸੁਭਾਅ, ਉਹ ਔਗਣ ਹੈ। ਮਹਾਰਾਜ ਹਜ਼ੂਰ ਕਹਿੰਦੇ ਹਨ, ਜੇ ਪ੍ਰਮਾਤਮਾ ਕਿਰਪਾ ਕਰਕੇ ਔਗਣ ਛਡਾਵੇ ਤਾਂ ਛੱਡੇ ਜਾਂਦੇ ਹੈ, ਨਹੀਂ ਤੇ ਜੀਵ ਦਾ ਆਪਣਾ ਕੋਈ ਚਾਰਾ ਨਹੀਂ। ਦੁਨਿਆਵੀ ਜੀਵ ਵੀ ਭਾਵੇਂ ਕਿੰਨਾ ਕਿੰਨਾ ਬਾਰ-ਬਾਰ ਸਮਝਾਉਣ ਦਾ ਯਤਨ ਕਰਦੇ, ਪਰ ਫਿਰ ਵੀ ਕਹਿੰਦੇ ਨਹੀਂ, ਮੇਰਾ ਸੁਭਾਅ ਇਸੇ ਤਰ੍ਹਾਂ ਟਿਕਿਆ ਹੋਇਆ। ਮਹਾਰਾਜ ਹਜ਼ੂਰ ਬਖਸ਼ਿਸ਼ ਕਰ ਰਹੇ ਹੈ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਹੇ ਮਹਾਰਾਜ ਜਿਨ੍ਹਾਂ ਦੀ ਆਸਰੀ ਸੰਪਦਾ, ਜਿਨ੍ਹਾਂ ਦੇ ਹਿਰਦੇ ਮਹਾਰਾਜ ਔਗਣ ਆਪ ਜੀ ਨੇ ਛੁਡਾ ਦਿੱਤੇ ਹੈ ਨਾ, ਉਹਨਾਂ ਤੇ ਆਪ ਹੀ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਉਹਨਾਂ ਨੂੰ ਮਿਲਾ ਲਿਆ ਹੈ। ਤੇ ਮਿਲਾਇਆ ਕਿਹਨਾਂ ਨੂੰ? ਜਿਨ੍ਹਾਂ ਦੇ ਔਗਣ ਛੁਡਾਏ ਹੈ, ਸ਼ੁਭ ਗੁਣਾਂ ਦੇ ਧਾਰਨੀ ਬਣਾਏ ਹੈ। ਆਸਰੀ ਸੰਪਦਾ ਤੋਂ ਛੁਟਾ ਕੇ ਮਹਾਰਾਜ ਦੇਵੀ ਸੰਪਦਾ ਦਾ ਜਿਨ੍ਹਾਂ ਦੇ ਨਾਲ ਮਿਲਾਪ ਕਰਵਾ ਦਿੱਤਾ। ਜਿਵੇਂ ਜਿਹੜਾ ਮਨੁੱਖ ਜੂਆ ਖੇਡਦਾ ਨਾ, ਉਹਨੂੰ ਜੁਆਰੀਆਂ ਦੀ ਖੋਟੀ ਸੰਗਤ ਛੱਡਣੀ ਬੜੀ ਔਖੀ ਹੈ। ਇਉਂ ਕਹਿ ਲਈਏ ਕਿ ਉਹਨੂੰ ਅਮਲ ਲੱਗਾ ਹੋਇਆ ਜੂਆ ਖੇਡਣ ਦਾ। ਤੇ ਜਿਹੜਾ ਮਨੁੱਖ ਕੋਈ ਨਸ਼ਾ ਕਰਦਾ ਹੈ, ਕਿਸੇ ਪ੍ਰਕਾਰ ਦਾ ਕੋਈ ਅਮਲ ਕਰਦਾ ਹੈ, ਉਸ ਅਮਲੀ ਬੰਦੇ ਨੂੰ ਅਮਲੀਆਂ ਦੀ ਭੈੜੀ ਸੰਗਤ ਛੱਡਣੀ ਬੜੀ ਔਖੀ ਹੈ। ਹਰ ਰੋਜ਼ ਸੱਥ ਵਿੱਚ ਬੈਠ ਕਰਕੇ ਅਮਲੀਆਂ ਦੇ ਨਾਲ ਮਿਲ ਕਰਕੇ ਤਰ੍ਹਾਂ ਤਰ੍ਹਾਂ ਦੇ ਨਸ਼ੇੜੀਆਂ ਦੇ ਨਾਲ ਨਸ਼ੇ ਕੀਤੇ ਜਾਂਦੇ ਹੈ। ਤੇ ਸਾਧ ਸੰਗਤ ਜੀ, ਇਹ ਔਗਣ ਬੜਾ ਵੱਡਾ ਔਗਣ ਹੈ, ਜ਼ਿੰਦਗੀ ਵਿੱਚ ਬੜਾ ਪਹਾੜੀ ਕੋੜ ਹੈ, ਇਹਨੂੰ ਛੱਡਣਾ ਬੜਾ ਔਖਾ ਹੈ। ਪਰ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਇਸ ਔਗਣ ਤੋਂ ਖਹਿੜਾ ਛੁੱਟਦਾ, ਤਾਂ ਇਸ ਕੋੜ ਤੋਂ ਰਾਹਤ ਪ੍ਰਾਪਤ ਹੁੰਦੀ ਹੈ। ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਮਹਾਰਾਜ ਆਪ ਜੀ ਨੇ ਜਿਨ੍ਹਾਂ ਤੇ ਤਰਸ ਕੀਤਾ, ਜਿਨ੍ਹਾਂ ਵਡਭਾਗੇ ਪੁਰਖਾਂ ਦਾ ਕੋਈ ਪੂਰਬਲਾ ਕਰਮ ਚੰਗਾ ਭਾਗ ਜਾਗ ਪਿਆ, ਉਹਨਾਂ ਨੂੰ ਖੋਟੀ ਸੰਗਤ ਤੋਂ, ਨਸ਼ੇੜੀਆਂ ਦੀ, ਜੁਆਰੀਆਂ ਦੀ ਭੈੜੀ ਸੰਗਤ ਤੋਂ ਛੁਡਾ ਕੇ ਮਹਾਰਾਜ ਚੰਗੀ ਸੰਗਤ ਦੇ ਵਿੱਚ ਆਪ ਜੀ ਨੇ ਮਿਲਿਆ ਹੈ, ਆਪ ਮਿਲਾਇਆ। ਹੇ ਪ੍ਰਮਾਤਮਾ ਆਪ ਨੇ ਕਿਰਪਾ ਕੀਤੀ ਹੈ, ਗੁਰੂ ਚਰਨਾਂ ਦੇ ਨਾਲ ਮਿਲਿਆ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਹੇ ਪ੍ਰਮਾਤਮਾ ਆਪ ਜੀ ਦਾ ਸਰੂਪ ਅਥਾਹ ਸਾਗਰ ਦੀ ਤਰ੍ਹਾਂ, ਦਰਿਆ ਦੀ ਤਰ੍ਹਾਂ ਹੈ। ਜਿੰਨੇ ਵੀ ਜੀਵ ਜੰਤੂ ਹਨ ਸਭ ਆਪ ਜੀ ਦੇ ਵਿੱਚ ਹਨ। ਜਿਵੇਂ ਸਮੁੰਦਰ ਦੇ ਵਿੱਚ ਸਾਧ ਸੰਗਤ ਜੀ ਸਾਰੇ ਜੀਵ ਜੰਤੂ ਹੁੰਦੇ ਹੈ, ਇਹੋ ਮਹਾਰਾਜ ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੂੰ ਦਰਿਆਓ ਸਭ ਤੁਝ ਹੀ ਮਾਹੇ। ਜਿੰਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ ਸਭ ਆਪ ਜੀ ਦੇ ਸਰੂਪ ਦੇ ਵਿੱਚ ਹੀ ਹੈ। ਜਿੰਨੇ ਵੀ ਸੰਸਾਰ ਦੇ ਜੀਵ ਹਨ, ਜੋ ਕੁਝ ਵੀ ਨਜ਼ਰ ਆ ਰਿਹਾ ਹੈ, 84 ਲੱਖ ਜੂਨਾਂ, ਇਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜੀਵ ਜੰਤੂ, 4 ਖਾਣੀਆਂ ਵਿੱਚ ਪੈਦਾ ਕੀਤੇ ਹੋਏ ਜੀਵ ਜੰਤੂ,
ਫਿਰ ਪਤਾਲ ਦੇ ਵਿੱਚ ਰਹਿਣ ਵਾਲੇ, ਆਕਾਸ਼ ਵਿੱਚ ਉੱਡਣ ਵਾਲੇ, ਇਹ ਸਭ ਜਾਣੋ ਕਿ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਹੀ ਵਿਚਰ ਰਹੇ ਹੈ। ਸਾਰੇ ਸੰਸਾਰ ਭਰ ਦੇ ਜੀਵ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਜੀ ਦੇ ਸਰੂਪ ਘਰ ਦੇ ਵਿੱਚ ਹਨ। ਤੁਝ ਬਿਨ ਦੂਜਾ ਕੋਈ ਨਾਹੀ। ਕਿ ਕੋਈ ਵੀ ਐਸਾ ਜੀਵ ਨਹੀਂ ਹੈ ਜਿਸ ਵਿੱਚ ਮਹਾਰਾਜ ਆਪ ਜੀ ਦੀ ਜੋਤ ਨਾ ਹੋਵੇ। ਹਰ ਇੱਕ ਜੀਵ ਦੇ ਅੰਦਰ ਆਪ ਜੀ ਦੀ ਜੋਤ ਜਗ ਰਹੀ ਹੈ, ਹਰ ਇੱਕ ਜੀਵ ਦੇ ਅੰਦਰ। ਮਹਾਰਾਜ ਫਿਰ ਕੋਈ ਐਸਾ ਜੀਵ ਵੀ ਨਹੀਂ ਹੈ ਜਿਹੜਾ ਦਾਅਵਾ ਕਰੇ ਕਿ ਮੈਂ ਆਪਣੇ ਬਲ ਦੇ ਨਾਲ ਕਮਾਈ ਕਰਦਾ, ਮੈਂ ਆਪਣੇ ਬਲ ਦੇ ਨਾਲ ਪਰਿਵਾਰ ਦੀ ਪਰਵਰਿਸ਼ ਕਰਦਾ, ਮੈਂ ਆਪਣੇ ਪਰਿਵਾਰ ਨੂੰ, ਟੱਬਰ ਨੂੰ ਪਾਲਦਾ। ਮਹਾਰਾਜ ਕਹਿੰਦੇ ਕੋਈ ਵੀ ਐਸਾ ਜੀਵ ਦਾਅਵਾ ਨਹੀਂ ਕਰ ਸਕਦਾ। ਤੁਧ ਬਿਨ ਦੂਜਾ ਕੋਈ ਨਾਹੀ। ਜੇ ਸਭ ਜੀਵ ਜੰਤੂ ਆਪ ਜੀ ਦੀ ਪੈਦਾ ਕੀਤੇ ਹੈ ਤੇ ਮਹਾਰਾਜ ਸਭ ਦੀ ਪਰਵਰਿਸ਼ ਪਾਲਣਾ ਵੀ ਆਪ ਹੀ ਕਰ ਰਹੇ ਹੋ। ਜੀ ਜੰਤ ਸਭ ਤੇਰਾ ਖੇਲ। ਜਿੰਨੇ ਵੀ ਮਹਾਰਾਜ ਜੀਵ ਜੰਤੂ ਹੈ, ਭਾਵੇਂ ਸੂਖਸ਼ਮ ਹਨ ਭਾਵੇਂ ਸਥੂਲ ਆਕਾਰ ਦੇ ਹਨ, ਇਹ ਸਾਰੇ ਖੇਡ ਆਪ ਜੀ ਦੀ ਬਣਾਈ ਹੋਈ ਹੈ। ਜਿੰਨੇ ਵੀ ਸੰਸਾਰ ਦੇ ਜੀਵ ਹੈ, ਇਹ ਨਹੀਂ ਹੈ ਕਿ ਜੇਕਰ ਛੋਟੇ ਆਕਾਰ ਦਾ ਕੋਈ ਜੀਵ ਕੀੜੀ ਹੈ ਤੇ ਉਹਦੇ ਵਿੱਚ ਛੋਟੀ ਪਰਮਾਤਮਾ ਦੀ ਜੋਤ ਹੈ। ਜੇ ਹਾਥੀ ਹੈ ਵੱਡੇ ਆਕਾਰ ਦਾ ਤੇ ਉਹਦੇ ਵਿੱਚ ਪਰਮਾਤਮਾ ਦੀ ਵੱਡੀ ਜੋਤ ਹੈ। ਨਹੀਂ, ਜੀ ਜੰਤ ਸਭ ਤੇਰਾ ਖੇਲ। ਸਭ ਦੇ ਅੰਦਰ ਮਹਾਰਾਜ ਸਮਾਨ ਇੱਕੋ ਜਿਹੀ ਆਪ ਜੀ ਦੀ ਜੋਤ ਵਰਤ ਰਹੀ ਹੈ। ਭਾਵੇਂ ਜਿਹੋ ਜਿਹੇ ਵੀ ਆਕਾਰ ਦਾ ਕੋਈ ਪੈਦਾ ਕੀਤਾ ਹੈ, ਭਾਵੇਂ ਕਿਸੇ ਵੀ ਆਕਾਰ ਦਾ, ਭਾਵੇਂ ਸੂਖਸ਼ਮ ਚਾਹੇ ਸਥੂਲ ਆਕਾਰ ਦਾ ਜੀਵ ਜੰਤੂ ਹੈ, ਪਰ ਐਸੀ ਖੇਡ ਹੈਰਾਨੀਜਨਕ ਲੀਲਾ ਪਰਮਾਤਮਾ ਨੇ ਬਣਾਈ ਹੈ। ਮਹਾਰਾਜ ਕਹਿੰਦੇ ਸਭ ਦੇ ਅੰਦਰ ਉਹ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਜੀ ਜੰਤ ਸਭ ਤੇਰਾ ਖੇਲ। ਮਹਾਰਾਜ ਜਿੰਨਾ ਵੀ ਖੇਲ ਸੰਸਾਰ ਦਾ ਵਰਤ ਰਿਹਾ ਹੈ ਨਾ, ਕੋਈ ਜੀਵ ਸੰਸਾਰ ਦੇ ਅੰਦਰ ਆ ਰਹੇ ਹੈ, ਕੋਈ ਜੀਵ ਜੰਤੂ ਜਾ ਰਹੇ ਨੇ, ਫਿਰ ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਨ ਕਰ ਰਹੇ ਹੈ, ਫਿਰ ਸੰਸਾਰ ਦੇ ਅੰਦਰ ਮੌਰ ਦੇ ਮੂੰਹ ਵਿੱਚ ਪੈ ਕਰਕੇ ਕਾਲ ਦੇ ਅਧੀਨ ਹੋ ਕਰਕੇ ਜਾ ਰਹੇ ਹੈ। ਸਭ ਜਿੰਨਾ ਵੀ ਜੀਵ ਜੰਤੂਆਂ ਦਾ ਖੇਲ ਪਰਮੇਸ਼ਰ ਆਪ ਜੀ ਦਾ ਬਣਾਇਆ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਪ੍ਰਮਾਤਮਾ ਤੋਂ ਬੇਮੁਖ ਹੋ ਕੇ ਰਹਿਣਾ ਕੀਤਾ, ਹਜੂਰ ਕਹਿੰਦੇ ਹਨ ਉਹ ਪ੍ਰਮਾਤਮਾ ਤੋਂ ਵਿਛੜੇ ਹੋਏ ਸੰਸਾਰ ਦੇ ਅੰਦਰ ਬਾਰ-ਬਾਰ ਭਟਕਦੇ ਰਹਿੰਦੇ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਰਹੇ ਹਨ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਵਿਜੋਗ ਕਹਿੰਦੇ ਨੇ ਵਿਛੋੜੇ ਨੂੰ, ਪਰਮਾਤਮਾ ਤੋਂ ਜਿਹੜੇ ਵਿਛੜੇ ਹੋਏ ਸਨ ਪਰਮਾਤਮਾ ਨੂੰ ਭੁਲਾ ਕੇ, ਤੇ ਜੇ ਉਹਨਾਂ ਦੀ ਸੰਜੋਗ ਭਾਗ ਜਾਗ ਪਏ, ਪਰਮਾਤਮਾ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਮਿਲਿਆ ਹੈ। ਜਿਹੜੇ ਪਰਮਾਤਮਾ ਦੇ ਸਨਮੁਖ ਹੋ ਕਰਕੇ ਰਹੇ ਹੈ, ਜਿਨ੍ਹਾਂ ਜੀਵਾਂ ਨੇ ਪਰਮਾਤਮਾ ਨੂੰ ਮਨ ਬਾਣੀ ਸਰੀਰ ਕਰਕੇ ਯਾਦ ਕੀਤਾ ਹੈ, ਐਸੇ ਗੁਰਮੁਖਾਂ ਨੂੰ ਪਰਮਾਤਮਾ ਨੇ ਆਪ ਹੀ ਵਿਛੜਿਆ ਹੋਇਆਂ ਨੂੰ ਮਿਲ ਲਿਆ। ਮਹਾਰਾਜ ਹਜੂਰ ਕਹਿੰਦੇ ਪਰਮਾਤਮਾ ਜਿਨ੍ਹਾਂ ਜੀਵਾਂ ਤੇ ਕਿਰਪਾ ਕਰ ਦਿੰਦਾ ਹੈ, ਆਪਣੇ ਨਾਮ ਬਾਣੀ ਦੇ ਨਾਲ ਜੋੜ ਲੈਂਦਾ ਹੈ, ਸਤ ਸੰਗਤ ਵਿੱਚ ਪਰਮਾਤਮਾ ਜੋੜ ਦਿੰਦਾ ਹੈ, ਉਹਨਾਂ ਨੂੰ ਸਤ ਸੰਗਤ ਦਾ, ਸ਼ਬਦ ਦਾ ਆਸਰਾ ਦੇ ਕਰਕੇ ਵਿਛੜਿਆ ਹੋਇਆਂ ਨੂੰ ਮਿਲਣ ਵਾਲਾ ਹੈ। ਜਿਸਨੋ ਤੂੰ ਜਾਣਾਏ ਹੈ ਸੋਈ ਜਨ ਜਾਣੈ। ਪਰ ਇਸ ਤੱਤ ਨੂੰ ਹਰ ਕੋਈ ਜੀਵ ਨਹੀਂ ਜਾਣ ਸਕਦਾ। ਪਰਮਾਤਮਾ ਜਿਸ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ, ਇਹੋ ਤੱਤ ਨੂੰ ਸਮਝਦਾ ਕਿ ਪਰਮਾਤਮਾ ਆਪ ਹੀ ਸਰਬ ਜੀਵਾਂ ਦੀ ਪਰਵਰਿਸ਼ ਕਰਦਾ ਪਿਆ ਹੈ। ਜਿਸ ਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ। ਜਿਸ ਨੂੰ ਜਣਾਵੇ, ਜਿਸ ਨੂੰ ਸਮਝ ਦੇਵੇ, ਉਹ ਜੀਵ ਸਮਝ ਸਕਦਾ ਹੈ। ਨਹੀਂ ਤੇ ਭਾਵੇਂ ਲੱਖਾਂ ਵਾਰ ਯਤਨ ਕੀਤਾ ਜਾਵੇ, ਕਿਸੇ ਨੂੰ ਸਮਝਾਉਣ ਦਾ ਯਤਨ ਕੀਤਾ ਜਾਵੇ, ਨਹੀਂ ਸਮਝਦਾ। ਮਨੁੱਖ ਕਦਾਚਿਤ ਵੀ ਨਹੀਂ ਸਮਝਦਾ ਜੇ ਪਰਮਾਤਮਾ ਦੀ ਕਿਰਪਾ ਨਾ ਹੋਵੇ ਤਾਂ। ਇਸ ਲਈ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਜਾਣਾਏ ਹੈ। ਮਹਾਰਾਜ ਜਿਸ ਨੂੰ ਆਪਣਾ ਸਰੂਪ ਜਣਾਉਣਾ ਚਾਹੇ ਉਹ ਜਾਣ ਸਕਦਾ ਹੈ। ਜਿਸ ਨੂੰ ਆਪ ਜੀ ਕਿਰਪਾ ਕਰਕੇ ਸੋਝੀ ਬਖਸ਼ਿਸ਼ ਕਰ ਦਿੰਦੇ ਹੋ ਕਿ ਸੰਸਾਰ ਅਸਤ, ਜੜ ਅਤੇ ਦੁੱਖ ਰੂਪ ਹੈ, ਪਰਮਾਤਮਾ ਸਤ, ਚੇਤਨ, ਆਨੰਦ ਸਰੂਪ ਹੈ, ਉਹ ਜੀਵ ਇਸ ਤੱਤ ਨੂੰ ਸਮਝਦਾ ਹੈ। ਹਰ ਗੁਣ ਸਦ ਹੀ ਆਖ ਵਖਾਣੈ। ਉਹ ਗੁਰਮੁਖ ਪਿਆਰਾ ਜੀਵਨ ਭਰ ਹਰ ਸਮੇਂ ਪ੍ਰਮਾਤਮਾ ਆਪ ਜੀ ਦੇ ਗੁਣਾਂ ਨੂੰ ਕਥਨ ਕਰਦਾ ਹੈ, ਉਚਾਰਨ ਕਰਦਾ ਰਹਿੰਦਾ ਹੈ।
ਕਿਹੜਾ ਜੀਵ ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ। ਜਿਸ ਨੂੰ ਪ੍ਰਮਾਤਮਾ ਆਪ ਜੀ ਨੇ ਨਿਸ਼ਚੈ ਕਰਕੇ ਜਣਾ ਦਿੱਤਾ ਹੈ ਭਲਿਆ, ਪਤਾ ਨਹੀਂ ਕਿੰਨੇ ਕੁ ਸਮੇਂ ਬਾਅਦ ਤੈਨੂੰ ਮਾਨਸ ਜੀਵਨ ਦੀ ਦਾਤ ਪ੍ਰਾਪਤ ਹੋਈ ਹੈ। ਚਿਰੰਕਾਲ ਮਾਨਸ ਜਨਮ ਅਮੋਲ ਪਾਇਓ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਗੁਰੂ ਸ਼ਰਨ ਧਾਰਨ ਕਰ, ਮਹਾਰਾਜ ਜੀ ਦੀ ਸਤ ਸੰਗਤ ਕਰਿਆ ਕਰ, ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਿਆ ਕਰ, ਸੇਵਾ ਸਿਮਰਨ ਕਰਿਆ ਕਰ, ਤੇਰਾ ਜੀਵਨ ਸਫਲਾ ਹੋ ਜਾਵੇਗਾ। ਐਸੀ ਵਿਦ ਜਿਨ੍ਹਾਂ ਨੂੰ ਮਹਾਰਾਜ ਸ਼ਿਵ ਜੀ ਨੇ ਜਣਾ ਦਿੱਤੀ ਹੈ, ਸਮਝਾ ਦਿੱਤੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਪ੍ਰਮਾਤਮਾ ਦੇ ਨਾਲ ਮਿਲਣ ਦੀ ਹੁਣ ਤੇਰੀ ਵਾਰੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਰ ਗੁਣ ਸਦ ਹੀ ਆਖ ਵਖਾਣੈ। ਉਹ ਫਿਰ ਹਰ ਸਮੇਂ ਹਰੀ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਦੇ ਹੈ। ਸੰਸਾਰ ਦੀਆਂ ਗੱਲਾਂ ਬਾਤਾਂ ਨੂੰ ਸੰਕੋਚ ਕੇ, ਜਗਤ ਦੀਆਂ ਨਿੰਦਾ ਚੁਗਲੀਆਂ ਨੂੰ ਤਿਆਗ ਕੇ ਕੇਵਲ ਪ੍ਰਮਾਤਮਾ ਨੂੰ ਚੇਤੇ ਕਰਦੇ ਰਹਿੰਦੇ ਕਿ ਪਤਾ ਨਹੀਂ ਦੁਬਾਰਾ ਕਿਹੜੇ ਵੇਲੇ ਦੁਬਾਰਾ ਸਾਡਾ ਸਵਾਸ ਆਉਣਾ ਵੀ ਆ ਕਿ ਨਹੀਂ ਆਉਣਾ। ਕੀ ਪਤਾ ਜ਼ਿੰਦਗੀ ਦਾ ਕਿਹੜੇ ਵੇਲੇ ਮੁੱਕ ਜਾਣੀ ਹੈ। ਕੀ ਪਤਾ ਇਹ ਜ਼ਿੰਦਗੀ ਦੇ ਮੋੜ ਦਾ ਕਿੱਥੇ ਖਤਮ ਹੋ ਜਾਣਾ ਹੈ। ਇਹ ਮਹਾਰਾਜ ਕਹਿੰਦੇ ਉਹ ਗੁਰਮੁਖ ਪਿਆਰੇ ਹਰ ਸਮੇਂ ਪ੍ਰਮਾਤਮਾ ਨੂੰ ਚੇਤੇ ਕਰਦੇ ਰਹਿੰਦੇ ਹੈ। ਜਿਨ੍ਹਾਂ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ ਨਾ, ਉਹ ਫਿਰ ਵਿਛੋੜੇ ਦਾ ਦੁੱਖ ਹਿਰਦੇ ਅੰਦਰ ਲੈ ਕੇ, ਦਰਦ ਲੈ ਕੇ ਰੱਬ ਨੂੰ ਚੇਤੇ ਕਰਦੇ ਹੈ। ਮਹਾਰਾਜ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਆਪ ਜੀ ਤੋਂ ਵਿਛੜਿਆ ਹੋਇਆ, ਹੁਣ ਕਿਰਪਾ ਕਰੋ। ਆਪ ਜੀ ਨੇ ਮਿਹਰ ਕੀਤੀ ਹੈ, ਮਾਨਸ ਜੀਵਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਅਕਾਲ ਪੁਰਖ ਪ੍ਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਮਹਾਰਾਜ ਆਪਣੇ ਸਰੂਪ ਦੀ ਅਭੇਰਤਾ ਬਖਸ਼ਿਸ਼ ਕਰੋ। ਐਸੇ ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਹਰ ਸਮੇਂ ਰੱਬ ਨੂੰ ਚੇਤੇ ਕਰਦੇ ਹੈ, ਪ੍ਰਮਾਤਮਾ ਦੇ ਗੁਣ ਉਚਾਰਦੇ ਹਨ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਤਿਗੁਰੂ ਜੀ ਕਿਹਨਾਂ ਨੇ ਪ੍ਰਮਾਤਮਾ ਦੇ ਸੁਖ ਸਰੂਪ ਨੂੰ ਪਾਇਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੇਵਿਆ ਹੈ, ਪ੍ਰਮਾਤਮਾ ਨੂੰ ਚੇਤੇ ਕੀਤਾ, ਪ੍ਰਮਾਤਮਾ ਦਾ ਸਿਮਰਨ ਕੀਤਾ, ਜਿਨ੍ਹਾਂ ਨੇ ਭਗਤੀ ਰੂਪ ਟਹਿਲ ਕੀਤੀ ਹੈ ਨਾ ਜੀਵਨ ਦੇ ਅੰਦਰ, ਤਿੰਨ ਸੁਖ ਪਾਇਆ, ਤਿੰਨਾਂ ਨੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਤੇ ਜਿਨ੍ਹਾਂ ਨੇ ਸੰਸਾਰ ਨੂੰ ਸੇਵਿਆ, ਕਦੇ ਕਿਸੇ ਦੀ ਖੁਸ਼ਾਮਦ ਕਰ ਲਈ, ਕਦੇ ਕਿਸੇ ਦੀ ਖੁਸ਼ਾਮਦ ਕਰਦੇ ਰਹੇ, ਉਹਨਾਂ ਨੇ ਵੀ ਸੁਖ ਪਾਇਆ, ਪਰ ਤੁਛ ਮਾਤਰ ਸਮੇਂ ਦਾ ਸੁਖ ਪਾਇਆ। ਉਹ ਫਿਰ ਦੁੱਖਾਂ ਦੇ ਵਿੱਚ ਬਦਲ ਗਿਆ। ਪਰ ਜਿਨ੍ਹਾਂ ਨੇ ਵਾਹਿਗੁਰੂ ਦੀ ਸੇਵਾ ਕੀਤੀ ਹੈ, ਪ੍ਰਮਾਤਮਾ ਦਾ ਭਜਨ ਕੀਤਾ ਹੈ, ਬੰਦਗੀ ਕੀਤੀ ਹੈ, ਉਹਨਾਂ ਨੇ ਸਦੀਵੀ ਸੁਖ ਪ੍ਰਾਪਤ ਕਰ ਲਿਆ। ਉਹਨਾਂ ਗੁਰਮੁਖਾਂ ਨੇ ਸਦਾ ਰਹਿਣ ਵਾਲੇ ਵਾਹਿਗੁਰੂ ਦੇ ਪਰਮ ਸੁਖ ਨੂੰ ਪਾ ਲਿਆ ਹੈ। ਸਹਜੇ ਹੀ ਹਰ ਨਾਮ ਸਮਾਇਆ। ਐਸੇ ਗੁਰਮੁਖ ਪਿਆਰਿਆਂ ਦਾ ਸੁਭਾਵਕ ਹੀ ਨਾਮੀ ਪ੍ਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ। ਸਹਜੇ ਹੀ, ਸਹਿਜੇ ਕਹੀਏ ਗਿਆਨ ਅਵਸਥਾ ਦੁਆਰਾ, ਸਹਿਜੇ ਸ਼ਾਂਤੀ ਪੂਰਵਕ। ਕਦੇ ਵੀ ਉਹ ਗੁਰਮੁਖ ਜੀਵਨ ਵਿੱਚ ਕਾਹਲੇ ਨਹੀਂ ਪਏ। ਕਾਲਾਪਨ ਛੱਡ ਕੇ ਸਹਿਜ ਅਵਸਥਾ ਵਿੱਚ ਜਾ ਕੇ ਗੁਰਮੁਖਾਂ ਨੇ ਅਡੋਲ ਪ੍ਰਮਾਤਮਾ ਦੇ ਭਰੋਸਾ ਰੱਖ ਕੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰ ਕਰਕੇ ਉਸ ਨਾਮੀ ਪ੍ਰਮਾਤਮਾ ਦੇ ਵੀ ਸਮਾਵਣਾ ਕੀਤਾ ਹੈ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਇਹ ਪ੍ਰਮਾਤਮਾ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਤੇ ਸਭ ਕੁਝ ਆਪ ਜੀ ਦਾ ਪੈਦਾ ਕੀਤਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਏ। ਇਹ ਪਰਮੇਸ਼ਰ ਆਪ ਜੀ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਜੀਵਾਂ ਨੂੰ ਪੈਦਾ ਵੀ ਕਰਨ ਵਾਲਾ ਹੋਵੇ, ਪਾਲਣਾ ਵੀ ਕਰਦਾ ਹੋਵੇ ਤੇ ਜੀਵਾਂ ਨੂੰ ਸਮੇਂ ਆਉਣ ਤੇ ਮਾਰਨ ਵਾਲਾ, ਲੈਤਾ ਕਰਨ ਵਾਲਾ ਵੀ ਆਪ ਹੋਵੇ। ਇਹ ਪਰਮੇਸ਼ਰ ਆਪ ਜੀ ਤੋਂ ਬਿਨਾਂ ਕੋਈ ਨਹੀਂ ਹੈ। ਮਹਾਰਾਜ ਸਭ ਜੀਵਾਂ ਦੇ ਕਰਤਾ ਭਰਤਾ ਤੇ ਹਰਤਾ ਵੀ ਆਪ ਹੀ ਓ। ਤੂੰ ਕਰ ਕਰ ਵੇਖਹਿ ਜਾਣਹਿ ਸੋਏ। ਇਹ ਮਹਾਰਾਜ ਆਪ ਜੀ ਜੀਵਾਂ ਨੂੰ ਪੈਦਾ ਕਰ ਕਰਕੇ ਆਪ ਹੀ ਸਭ ਜੀਵਾਂ ਦੀ ਦੇਖ ਰੇਖ ਕਰਦੇ ਹੋ। ਜਿਵੇਂ ਮਾਤਾ ਭਾਵੇਂ ਸਾਧ ਸੰਗਤ ਜੀ ਕੰਮ ਕਾਰਜ ਕਰਦੀ ਹੋਵੇ ਨਾ, ਕਰਦੇ ਤੇ ਧਿਆਨ ਉਹਦਾ ਬੱਚੇ ਦੇ ਵੱਲ ਹੁੰਦਾ। ਇਉਂ ਹਜੂਰ ਕਹਿੰਦੇ ਪ੍ਰਮਾਤਮਾ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ, ਆਪ ਹੀ ਪਰਮੇਸ਼ਰ ਜੀਵਾਂ ਦੀ ਦੇਖ ਰੇਖ ਕਰਦਾ ਪਿਆ ਹੈ।
ਆਪ ਹੀ ਸਭ ਜੀਵਾਂ ਦਾ ਪ੍ਰਮਾਤਮਾ ਫਿਕਰ ਰੱਖਦਾ ਪਿਆ। ਜਿਵੇਂ ਮਾਂ ਨੂੰ ਫਿਕਰ ਹੁੰਦਾ ਕਿ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ, ਤੇ ਸਾਧ ਸੰਗਤ ਜੀ ਫਿਰ ਉਹ ਮਾਂ ਕੰਮ ਕਾਰਜ ਕਰਦੇ ਹੋਏ ਵੀ ਘਰ ਦੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ, ਭੋਜਨ ਛਕਾਉਂਦੀ ਹੈ। ਇਉਂ ਹਜੂਰ ਕਹਿੰਦੇ ਪ੍ਰਮਾਤਮਾ ਨੂੰ ਸਭ ਦਾ ਫਿਕਰ ਹੈ। ਜਗਤ ਰੂ ਬਾਲਕ ਨੂੰ ਪੈਦਾ ਕਰਨ ਵਾਲਾ ਆਪ ਹੀ ਪ੍ਰਮਾਤਮਾ, ਤੂੰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਆਪ ਹੀ ਮਾਤਾ ਪਿਤਾ ਸਰੂਪ ਹੈ। ਜਦੋਂ ਜਗਿਆਸੂ ਇੱਕ ਚਿੱਤ ਹੋ ਕਰਕੇ ਪ੍ਰਮਾਤਮਾ ਨੂੰ ਪੁਕਾਰਦੇ ਹੈ ਨਾ, ਆਪ ਹੀ ਕਿਰਪਾ ਕਰਕੇ ਗਿਆਨ ਰੂਪੀ ਦੁੱਧ ਪ੍ਰਮਾਤਮਾ ਜੀਵਾਂ ਨੂੰ ਪਿਆਲ ਦੇਣਾ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਆਪ ਹੀ ਕਿਰਪਾ ਕਰਕੇ ਗੁਰਮੁਖ ਪਿਆਰਿਆਂ ਦੇ ਹਿਰਦੇ ਅੰਦਰ ਸ਼ੁਭ ਗੁਣਾਂ ਦੀ ਦਾਤ, ਇਹ ਸ਼ੁਭ ਵਸਤੂਆਂ ਸ਼ੁਭ ਪਦਾਰਥਾਂ ਨੂੰ ਵੀ ਇਹ ਵਸਤੂਆਂ ਬਖਸ਼ਿਸ਼ ਕਰ ਦੇਣਾ ਕਰਦਾ। ਪ੍ਰਮਾਤਮਾ ਜਿਨ੍ਹਾਂ ਤੇ ਬਖਸ਼ਿਸ਼ ਕੀਤੀ ਹੈ, ਹਜੂਰ ਕਹਿੰਦੇ ਹਨ, ਤੂੰ ਕਰ ਕਰ ਵੇਖਾ ਹੈ ਜਾਣ ਹੈ ਸੋਏ। ਪ੍ਰਮਾਤਮਾ ਆਪ ਹੀ ਸਭ ਜੀਵਾਂ ਦੇ ਅੰਦਰ ਦੀ ਜਾਣਦੇ ਹੋ। ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਪ੍ਰਮਾਤਮਾ ਅੰਤਰਜਾਮੀ ਹੈ, ਬਿਨਾਂ ਬੋਲਣ ਤੋਂ ਮਨ ਦੀ ਗੱਲ ਬੁੱਝ ਲੈਂਦਾ ਹੈ। ਜੋ ਵੀ ਮਨ ਦੇ ਅੰਦਰ ਸੰਕਲਪ ਹੈ, ਵਿਕਲਪ ਹੈ, ਸਾਡੇ ਹਰ ਇੱਕ ਹਰਕਤ ਨੂੰ ਪਹਿਚਾਨਣ ਵਾਲਾ ਉਹ ਪ੍ਰਮਾਤਮਾ ਅੰਤਰਜਾਮੀ ਹੈ। ਸੋ ਹਜੂਰ ਕਹਿੰਦੇ ਪਰਮੇਸ਼ਰ ਆਪ ਹੀ ਸਭ ਜੀਵਾਂ ਦੇ ਮਾਲਕ ਹੋ, ਸਭ ਜੀਵਾਂ ਦੀ ਦੇਖ ਰੇਖ ਕਰ ਰਹੇ ਹੋ, ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲੇ ਹੋ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖਾਂ ਦੇ ਹਿਰਦਿਓਂ ਉਹ ਪਰਮਾਤਮਾ ਪ੍ਰਗਟ ਹੋਇਆ ਹੈ, ਅਥਵਾ ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਜੀਵਨ ਦੇ ਅੰਦਰ ਸ਼ਬਦ ਦਾ ਅਭਿਆਸ ਕੀਤਾ। ਹਜੂਰ ਕਹਿੰਦੇ ਪ੍ਰਮਾਤਮਾ ਉਹਨਾਂ ਨੂੰ ਸਾਖਸ਼ਾਤ ਹੋ ਗਿਆ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਅਥਵਾ ਗੁਰਮੁਖ ਜਿਹੜੇ ਸੰਸਾਰ ਦੇ ਅੰਦਰ ਸਭ ਥਾਵਾਂ ਤੇ ਉਹਨਾਂ ਦਾ ਪ੍ਰਤਾਪ ਪ੍ਰਗਟ ਹੋ ਗਿਆ। ਸਭ ਥਾਵਾਂ ਤੇ ਜਿੱਥੇ ਵੀ ਸੰਸਾਰ ਦੇ ਕਿਸੇ ਕੋਨੇ ਤੇ ਚਲੇ ਜਾਵੋ, ਪ੍ਰਮਾਤਮਾ ਨੇ ਗੁਰਮੁਖਾਂ ਦਾ ਪ੍ਰਤਾਪ ਸਭ ਥਾਵਾਂ ਤੇ ਪ੍ਰਗਟ ਕੀਤਾ। ਹਰ ਥਾਂ ਤੇ ਬੰਦਗੀ ਕਰਨ ਵਾਲੇ ਗੁਰਮੁਖਾਂ ਨੂੰ ਯਾਦ ਕੀਤਾ ਜਾਂਦਾ। ਹਰ ਥਾਂ ਤੇ ਬੰਦਗੀ ਕਰਨ ਵਾਲੇ ਗੁਰਮੁਖਾਂ ਦਾ ਨਾਮ ਜਪਿਆ ਜਾਂਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਗੁਰਮੁਖਤਾਈ ਬਖਸ਼ਿਸ਼ ਕੀਤੀ ਹੈ ਨਾ, ਉਹਨਾਂ ਨੂੰ ਜਗਤ ਕਦੇ ਵੀ ਵਿਸਾਰਦਾ ਨਹੀਂ ਹੈ। ਸੰਸਾਰ ਦੇ ਜੀਵ ਕਦੇ ਵੀ ਉਹਨਾਂ ਨੂੰ ਭੁਲਾਉਂਦੇ ਨਹੀਂ। ਪ੍ਰਮਾਤਮਾ ਨੇ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਗੁਰਮੁਖਤਾਈ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਰ ਇੱਕ ਉਹ ਵੀ ਸੰਸਾਰ ਦੇ ਮਨਮੁਖਤਾਈ ਨੂੰ ਧਾਰਨ ਕਰਨ ਵਾਲੇ ਬੇਮੁਖ ਸਾਖਤ ਪੁਰਸ਼ ਹਨ, ਜਿਨ੍ਹਾਂ ਨੂੰ ਕੋਈ ਵੀ ਚੇਤੇ ਨਹੀਂ ਕਰਦਾ। ਜਿਨ੍ਹਾਂ ਨੂੰ ਕੌਣ ਯਾਦ ਕਰਦਾ? ਕੋਈ ਵੀ ਸੰਸਾਰ ਦੇ ਅੰਦਰ ਚੇਤੇ ਨਹੀਂ ਕਰਦਾ। ਮਹਾਰਾਜ ਕਹਿੰਦੇ ਉਹਨਾਂ ਦੇ ਔਗਣ ਕੀਤੇ ਹੋਏ ਬੁਰੇ ਕਰਮ ਜ਼ਰੂਰ ਚੇਤੇ ਕਰ ਕਰਕੇ ਹਾਸੇ, ਸੰਸਾਰ ਦੇ ਅੰਦਰ ਹਾਸੋਹੀਣੀਆਂ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ, ਪਰ ਜਿਨ੍ਹਾਂ ਗੁਰਮੁਖਾਂ ਨੇ ਸੰਸਾਰ ਦੇ ਅੰਦਰ ਪਰ ਉਪਕਾਰ ਕੀਤੇ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਨਿਰਵਿਕਾਰ ਜੀਵਨ ਆਪਣਾ ਨਿਰਵਾਹ ਕੀਤਾ, ਜਿਨ੍ਹਾਂ ਨੇ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਉਹਨਾਂ ਦਾ ਪ੍ਰਤਾਪ ਸਭ ਥਾਵਾਂ ਤੇ ਪ੍ਰਗਟ ਕਰ ਦਿੱਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਜੂਰ ਅਗਲੇ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਇੱਕ ਅਦੁੱਤੀ ਸਰੂਪ ਹੈ ਓੰਕਾਰ, ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ। ਰਾਗ ਆਸਾ ਘਰ ਦੂਜਾ ਮਹੱਲਾ ਚੌਥਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਦੂਜੇ ਘਰ ਸੁਰ ਤਾਲ ਵਿੱਚ ਆਸਾ ਰਾਗ ਅੰਦਰ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਇਸ ਪਾਵਨ ਸ਼ਬਦ ਦੀ ਉਥਾਨਕਾ ਹੈ। ਜਦੋਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਜੂਰ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਸਨ, ਅਜੇ ਗੁਰਿਆਈ ਦੀ ਦਾਤ ਨਹੀਂ ਸੀ ਪ੍ਰਾਪਤ ਹੋਈ। ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਹੋ ਗਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਮਹਾਨ ਸੇਵਾਵਾਂ ਨੂੰ ਨਿਭਾਇਆ। ਔਰ ਇੱਕ ਵਾਰ ਲਾਹੌਰ ਤੋਂ
ਸਤਿਗੁਰਾਂ ਦੀ ਵੰਸ਼ ਦੇ ਵਿੱਚੋਂ, ਸੋਢ ਵੰਸ਼ ਦੇ ਵਿੱਚੋਂ ਕੁਝ ਪ੍ਰੇਮੀ ਚੱਲ ਕਰਕੇ ਆਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਸ ਸਮੇਂ ਸਾਧ ਸੰਗਤ ਜੀ ਗੁਰੂ ਘਰ ਦੀ ਸੇਵਾ ਚੱਲ ਰਹੀ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਪਣੀ ਸੀਸ ਦੇ ਉੱਪਰ ਕਾਰ ਦਾ ਟੋਕਰਾ ਚੱਕਿਆ ਹੋਇਆ ਸੀਗਾ, ਮਿੱਟੀ ਦੇ ਨਾਲ ਭਰਿਆ ਹੋਇਆ ਟੋਕਰਾ ਆਪਣੀ ਸੀਸ ਤੇ ਚੁੱਕਿਆ ਤੇ ਲੈ ਕੇ ਜਾ ਰਹੇ ਨੇ। ਜੋ ਮਹਾਰਾਜ ਸਾਹਿਬ ਜੀ ਦੀ ਸੋਢ ਵੰਸ਼ ਦੇ ਵਿੱਚੋਂ ਕੁਝ ਪ੍ਰੇਮੀ ਸਿੱਖ ਸੰਗਤਾਂ ਚੱਲ ਕੇ ਆਏ ਸਨ ਲਾਹੌਰ ਤੋਂ, ਉਹ ਆ ਕੇ ਕਹਿਣ ਲੱਗੇ ਕਿ ਇੱਥੇ ਸਹੁਰੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਸਿਰ ਦੇ ਵਿੱਚ ਖੇਪ ਪਵਾਈ ਹੈ। ਉਹ ਇੱਦਾਂ ਦੇ ਅਯੋਗ ਲਫ਼ਜ਼ ਬੋਲ ਰਹੇ ਸਨ, ਕਿਉਂਕਿ ਜਿੱਦਾਂ ਦੀ ਕਿਸੇ ਮਨੁੱਖ ਦੀ ਮਤ ਹੁੰਦੀ ਹੈ ਨਾ, ਜਿੱਦਾਂ ਦੀ ਅਕਲ ਹੁੰਦੀ ਹੈ, ਜਿੱਦਾਂ ਦੀ ਬੁੱਧ ਹੁੰਦੀ ਹੈ, ਉਸੇ ਅਨੁਸਾਰ ਹੀ ਮਨੁੱਖ ਗੱਲਬਾਤ ਕਰਦਾ ਹੁੰਦਾ। ਅਤੇ ਜਿਹੜਾ ਮਨੁੱਖ ਬੁੱਧੀ ਦੇ ਤਲ 'ਤੇ ਜਿਉਣ ਵਾਲਾ, ਦੁਨੀਆਦਾਰਾ ਰੱਖਣ ਵਾਲਾ, ਕੇਵਲ ਦੁਨੀਆਦਾਰੀ ਰੱਖਦਾ, ਉਹ ਸੰਸਾਰ ਦੇ ਹਿਸਾਬ ਉਸੇ ਮੁਤਾਬਕ ਹੀ ਗੱਲਬਾਤ ਕਰਦਾ ਹੁੰਦਾ। ਇਹੋ ਹੀ ਜਿਹੜੇ ਸਾਧ ਸੰਗਤ ਜੀ ਲਾਹੌਰ ਤੋਂ ਕੋਈ ਪ੍ਰੇਮੀ ਚੱਲ ਕੇ ਆਏ ਤੇ ਮਹਾਰਾਜ ਸਾਹਿਬ ਜੀ ਨੂੰ ਸੁਭਾਵਿਕ ਹੀ ਕਹਿਣ ਲੱਗੇ, ਕਹਿੰਦੇ ਕਿ ਸਹੁਰੇ ਪਰਿਵਾਰ ਦੇ ਵਿੱਚ ਰਹਿ ਕੇ ਤੁਸਾਂ ਨੇ ਇੱਜ਼ਤ ਨਹੀਂ ਬਣਾਵਣਾ ਕੀਤੀ। ਜਵਾਈ ਭਾਈ ਇਸੇ ਤਰ੍ਹਾਂ ਥੋੜ੍ਹਾ ਰਹਿਣਾ ਕਰਦੇ ਹੈ, ਤੁਸੀਂ ਆਖਰਕਾਰ ਸਤਿਗੁਰਾਂ ਦੇ ਜਵਾਈ ਹੋ, ਜਮਾਤਾ ਹੋ, ਤੇ ਇਵੇਂ ਨਹੀਂ ਤੁਹਾਨੂੰ ਰਹਿਣਾ ਚਾਹੀਦਾ। ਮਹਾਰਾਜ ਸਾਹਿਬ ਜੀ ਚੁੱਪਤਾ ਧਾਰਨ ਕਰਕੇ ਮੁਖ ਤੋਂ ਵਾਹਿਗੁਰੂ ਸਿਮਰਨ ਕਰਦੇ ਹੋਏ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਅਡੋਲ, ਕਿਸੇ ਦਾ ਕੋਈ ਬਚਨ ਦਾ ਮਨ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਿਆ, ਮਨ ਥਿੜਕਿਆ ਨਹੀਂ, ਅਡੋਲ ਉਵੇਂ ਹੀ ਸੇਵਾ ਕਰਦੇ ਰਹੇ। ਤੇ ਆਖਰਕਾਰ ਉਹ ਜਿਹੜੇ ਲਾਹੌਰ ਤੋਂ ਪ੍ਰੇਮੀ ਚੱਲ ਕੇ ਆਏ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕੋਲ ਆਏ। ਕਹਿੰਦੇ ਮਹਾਰਾਜ ਸੋਢ ਵੰਸ਼ ਬੜੀ ਉੱਚੀ ਵੰਸ਼ ਹੈ ਮਹਾਰਾਜ, ਜੇ ਇਹਨਾਂ ਨੇ ਸ੍ਰੀ ਰਾਮਦਾਸ ਜੀ ਨੇ ਮਹਾਰਾਜ ਇੱਜ਼ਤ ਨੂੰ ਬਰਕਰਾਰ ਨਹੀਂ ਰੱਖਣਾ ਕੀਤਾ ਤੇ ਤੁਸੀਂ ਕਿਰਪਾ ਕਰ ਦਿੰਦੇ, ਇਹਨਾਂ ਨੂੰ ਸਮਝਾ ਦਿੰਦੇ। ਮਹਾਰਾਜ ਤੁਸੀਂ ਵੀ ਇਹਨਾਂ ਨੂੰ ਸੇਵਾ ਦੇ ਵਿੱਚ ਹੀ ਲਗਾ ਛੱਡਿਆ। ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਵਚਨ ਕੀਤਾ, ਕਹਿਣ ਲੱਗੇ ਕਿ ਜਿਹੜੀ ਸਿਰ ਦੇ ਵਿੱਚ ਕਹਿੰਦੇ ਨਾ ਖੇ ਪਵਾਈ ਇਹਨਾਂ ਨੇ, ਖੇ ਇਹਨਾਂ ਦੇ ਸਿਰ ਨਹੀਂ। ਇਸ ਸੰਸਾਰ ਦੇ ਅੰਦਰ ਜਿਹੜੇ ਨਿੰਦਿਆ ਕਰਦੇ ਹੈ, ਤੁਹਾਡੇ ਵਰਗੇ ਸੰਸਾਰ ਦੇ ਜੀਵਾਂ ਦੇ ਵਿੱਚ ਖੇ ਪੈਣ ਵਾਲੇ ਜਿਹੜੇ ਨਿੰਦਕ ਤੇ ਈਰਖਾਲੂ ਹਨ, ਇਹਨਾਂ ਦੇ ਸੀਸ ਦੇ ਉੱਪਰ ਆਉਣ ਵਾਲੀ ਸਮੇਂ ਵਿੱਚ ਸਦਾ ਰਹਿਣ ਵਾਲਾ ਛਤਰ ਝੁੱਲੇਗਾ। ਸੰਸਾਰ ਭਰ ਦੇ ਹਰ ਇੱਕ ਜੀਵ ਇਹਨਾਂ ਨੂੰ ਯਾਦ ਕਰਿਆ ਕਰਨਗੇ। ਤੇ ਮਹਾਰਾਜ ਗਰੀਬ ਨਵਾਜ਼ ਸਤਿਗੁਰੂ ਜੀ ਦੇ ਐਸੇ ਬਚਨ ਸੁਣ ਕਰਕੇ ਚੁੱਪਤਾ ਧਾਰਨ ਕਰ ਲਈ। ਜਦੋਂ ਹਜ਼ੂਰ ਨੂੰ ਗੁਰਿਆਈ ਦੀ ਦਾਤ ਪ੍ਰਾਪਤ ਹੋਈ ਸੀ, ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਕਿ ਕੋਈ ਜੀਵ ਕਿਸੇ ਦਾ ਪੱਖ ਕਰਦਾ, ਕੋਈ ਆਪਣੇ ਸਵਾਰਥ ਵਾਸਤੇ ਕਿਸੇ ਦਾ ਪੱਖ ਕਰਦਾ, ਕੋਈ ਕਿਸੇ ਨਾਲ ਪ੍ਰੇਮ ਕਰਦਾ ਆਪਣੇ ਮਤਲਬ ਦੇ ਲਈ, ਆਪਣੇ ਸਵਾਰਥ ਦੇ ਲਈ। ਸਾਨੂੰ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪੱਖ ਹੈ, ਸਾਨੂੰ ਕੇਵਲ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਹੈ। ਹਜ਼ੂਰ ਫਰਮਾਉਂਦੇ ਹਨ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਪਾਈ। ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਹੇ ਜੀਵਾ ਕਿਸੇ ਨੇ ਪੱਖ ਕੀਤਾ, ਧੜਾ ਨਾਮ ਪੱਖ ਦਾ ਹੈ। ਸਾਧ ਸੰਗਤ ਜੀ ਇਹਦੇ ਹੋਰ ਵੀ ਅਰਥ ਹਨ, ਜਿਵੇਂ ਜੋ ਤੱਕੜੀ ਦੇ ਵਿੱਚ ਤੋਲਣ ਦੇ ਵਾਸਤੇ ਕਿਸੇ ਵਸਤੂ ਪਦਾਰਥ ਨੂੰ ਤੋਲਣਾ ਹੋਵੇ ਤੇ ਉਹਦਾ ਵੀ ਧੜਾ ਕੀਤਾ ਜਾਂਦਾ। ਕਿਸੇ ਬਰਤਨ ਦੇ ਵਿੱਚ ਪਾ ਕੇ ਵਸਤੂ ਨੂੰ ਤੋਲਣਾ ਹੋਵੇ ਤੇ ਉਹਦਾ ਵੀ ਪਹਿਲਾਂ ਹੀ ਧੜਾ ਕਰਕੇ ਰੱਖਿਆ ਹੁੰਦਾ। ਪਰ ਇੱਥੇ ਧੜੇ ਦਾ ਅਰਥ ਹੈ ਪੱਖ। ਕਹਿੰਦੇ ਕਿ ਕੋਈ ਆਪਣੇ ਸੁਪੁੱਤਰ ਦਾ ਪੱਖ ਕਰਦਾ ਹੈ, ਕਿਸੇ ਹੀ ਧੜਾ ਕੀਆ, ਕੋਈ ਆਪਣੇ ਮਿੱਤਰ ਦਾ ਪੱਖ ਕਰਦਾ ਕਿ ਮੇਰਾ ਮਿੱਤਰ ਹੈ। ਹਰ ਸਮੇਂ ਆਪਣੇ ਮਿੱਤਰ ਦਾ ਪੱਖ ਕਰਨਾ, ਭਾਵੇਂ ਮਿੱਤਰ ਨੇ ਸਾਧ ਸੰਗਤ ਜੀ ਗੁਨਾਹ ਕੀਤਾ ਹੋਵੇ, ਅਪਰਾਧ ਕੀਤਾ ਹੋਵੇ, ਉਹਦੇ ਨਾਲ ਮਿੱਤਰਤਾਈ ਕਰਕੇ, ਪ੍ਰੇਮ ਕਰਕੇ ਉਹਦਾ ਪੱਖ ਕੀਤਾ ਜਾਂਦਾ ਕਿ ਨਹੀਂ ਮੇਰਾ ਮਿੱਤਰ ਹੈ, ਭਾਵੇਂ ਇਹਨੇ ਕੋਈ ਗੁਨਾਹ ਹੀ ਕੀਤਾ, ਅਪਰਾਧ ਕੀਤਾ, ਪਰ ਫਿਰ ਵੀ ਮੈਂ ਇਹਦੇ ਨਾਲ ਇਹਦੀ ਹਾਮੀ ਭਰਨੀ ਹੈ। ਜਾਂ ਕਿਸੇ ਦਾ ਸਖਾ ਪੁੱਤਰ ਹੋਵੇ, ਸਖਾ ਭਰਾ ਹੋਵੇ, ਤੇ ਸਾਧ ਸੰਗਤ ਜੀ ਉਹਦੀ ਹਾਮੀ ਭਰੀ ਜਾਂਦੀ, ਉਹਦਾ ਪੱਖ ਕੀਤਾ ਜਾਂਦਾ। ਇਹ ਸੁਭਾਵਿਕ ਹੀ ਸੰਸਾਰ ਦੀ ਰੀਤੀ ਇਸੇ ਤਰ੍ਹਾਂ ਦੀ ਹੈ। ਕੋਈ ਵਿਰਲੇ ਗੁਰਮੁਖ ਪਿਆਰੇ ਹੁੰਦੇ ਜਿਹੜੀ ਸੱਚੀ ਗੱਲ ਕਰਦੇ ਹੈ, ਜੇ ਭਾਵੇਂ ਆਪਣਾ ਮਿੱਤਰ ਵੀ ਹੋਵੇ ਉਹਨੂੰ ਮੂੰਹ ਤੇ ਕਹਿ ਦਿੰਦੇ ਨਹੀਂ ਭਲਿਆ ਤੇਰਾ ਗੁਨਾਹ ਹੈ, ਇਹ ਤੂੰ ਝੂਠਾ ਹੈ, ਇਸ ਗੱਲ ਤੋਂ ਮੈਂ ਤੇਰੀ ਗਵਾਹੀ ਕਿਉਂ ਭਰਾਂ।
ਫਿਰ ਮੈਨੂੰ ਲੇਖਾ ਦੇਣਾ ਪਵੇਗਾ। ਪਰ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਲਈ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਸਵਾਰਥ ਵਾਸਤੇ, ਕਿਸੇ ਮਤਲਬ ਦੇ ਲਈ, ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਕੋਈ ਭਾਈ ਭਰਾ ਦੇ ਨਾਲ ਧੜਾ ਕਰਦਾ, ਕੋਈ ਸਪੁੱਤਰ ਦੇ ਨਾਲ, ਕੋਈ ਮਿੱਤਰ ਦਾ ਪੱਖ ਕਰਦਾ ਹੈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿ ਹਜੂਰ ਕਹਿੰਦੇ ਕੋਈ ਸੰਸਾਰ ਦੇ ਅੰਦਰ ਜੀਵ ਕਿਸੇ ਨੇ ਕੁੜਮਾਂ ਦੇ ਨਾਲ, ਕੁੜਮ ਦੇ ਨਾਲ ਕਹਿੰਦੇ ਕਿ ਧੜਾ ਪੱਖ ਕਰਨਾ ਕੀਤਾ, ਤੇ ਕਿਸੇ ਨੇ ਆਪਣੇ ਸਕੇ ਜਵਾਈ ਦੇ ਨਾਲ ਪੱਖ ਕੀਤਾ ਕਿ ਮੇਰਾ ਜਵਾਈ ਹੈ, ਮੇਰੀ ਧੀ ਦਾ ਨਾਤਾ ਇਹਦੇ ਨਾਲ ਜੁੜਿਆ, ਮੈਂ ਇਹਦਾ ਪੱਖ ਕਰਾਂ। ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣਾ ਸਹਾਈ। ਕਿ ਹਜੂਰ ਕਹਿੰਦੇ ਕਿਸੇ ਜੀਵ ਨੇ ਆਪਣੇ ਸਵਾਈ ਸਵਾਰਥ ਦੇ ਲਈ ਕਿਸੇ ਨੇ ਚੌਧਰੀ ਦੇ ਨਾਲ ਧੜਾ ਕੀਤਾ, ਭਾਵ ਕਿ ਉਹਦਾ ਪੱਖ ਕਰਨਾ ਕੀਤਾ ਹੈ। ਕੋਈ ਚੌਧਰੀ ਦੇ ਪੱਖ ਵਿੱਚ ਆ ਗਿਆ, ਹਰ ਸਮੇਂ ਉਹ ਚੌਧਰੀ ਦੇ ਨਾਲ ਹੀ ਪ੍ਰੇਮ ਪਾਕ ਕਰਕੇ ਰੱਖਦਾ ਕਿ ਇਹਦੇ ਕੋਲ ਬੜੀ ਵੱਡੀ ਚੌਧਰਤ ਹੈ, ਮੇਰਾ ਕਿਸੇ ਨਾ ਕਿਸੇ ਥਾਂ ਤੇ ਕੰਮ ਆਵੇਗਾ ਹੀ ਨਾ। ਸਭ ਥਾਵਾਂ ਤੇ ਇਹੋ ਹੀ ਚੌਧਰੀ ਬਣਿਆ ਫਿਰਦਾ, ਅੱਗੇ ਮੋਹਤਬਰ ਹੋ ਕਰਕੇ ਰਹਿੰਦਾ ਹੈ। ਜੇ ਮੈਂ ਇਹਦਾ ਪੱਖ ਕਰਾਂਗਾ, ਇਹਦੇ ਨਾਲ ਮਿਲ ਕਰਕੇ ਚੱਲਾਂਗਾ ਤੇ ਮੇਰੇ ਵੀ ਕਾਰਜ ਕੰਮ ਸਵਾਰ ਦੇਵੇਗਾ। ਤੇ ਕੋਈ ਸਿਕਦਾਰ ਜਿਵੇਂ ਸਾਧ ਸੰਗਤ ਜੀ, ਸਰਪੰਚ ਆਦਿਕ, ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੰਬਰਦਾਰ ਆਦਿਕ, ਐਸੇ ਜਿਹੜੇ ਨੰਬਰਦਾਰ ਚੌਧਰੀ ਹੈ, ਚਾਹੇ ਕੋਈ ਸਰਪੰਚ ਹੈ, ਹਜੂਰ ਕਹਿੰਦੇ ਹਨ ਕੋਈ ਆਪੋ ਆਪਣੇ ਸਵਾਰਥਾਂ ਕਰਕੇ ਇਹਨਾਂ ਦਾ ਪੱਖ ਕਰਦੇ ਹਨ। ਹਮਰਾ ਧੜਾ ਹਰ ਰਹਿਆ ਸਮਾਈ। ਪਰ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਸਾਡਾ ਜਿਹੜਾ ਧੜਾ ਹੈ ਨਾ, ਸਾਡਾ ਪੱਖ ਹੈ, ਪਰਮੇਸ਼ਰ ਦੇ ਵਿੱਚ ਸਮਾਇਆ ਹੋਇਆ। ਸਾਡਾ ਸੁਭਾਅ, ਸਾਡੇ ਹਿਰਦੇ ਦਾ ਪਿਆਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਵੀ ਸਮਾਇਆ ਹੈ, ਪਰਮਾਤਮਾ ਦੇ ਨਾਲ ਲੀਨ ਹੈ। ਹਮ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ। ਮਹਾਰਾਜ ਕਹਿੰਦੇ ਅਸੀਂ ਪਰਮਾਤਮਾ ਦਾ ਪੱਖ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪਿਆਰ ਕੀਤਾ ਹੈ, ਇਸ ਕਰਕੇ ਸਾਨੂੰ ਪਰਮਾਤਮਾ ਦੀ ਟੇਕ ਹੈ, ਪਰਮੇਸ਼ਰ ਦਾ ਹੀ ਆਸਰਾ ਹੈ। ਅਥਵਾ ਹੈ ਜੀਵਾ, ਜਿਸ ਪਰਮਾਤਮਾ ਦਾ ਸਭ ਜੀਵਾਂ ਨੂੰ ਆਸਰਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿਉਂ ਨਹੀਂ ਤੂੰ ਪੱਖ ਕਰਦਾ। ਅਕਾਲ ਪੁਰਖ ਪਰਮਾਤਮਾ ਦੀ ਸਾਨੂੰ ਤਮਾਮ ਸਭ ਜੀਵਾਂ ਨੂੰ ਟੇਕ ਹੈ, ਹਰ ਇੱਕ ਜੀਵ ਨੂੰ ਸਾਨੂੰ ਪਰਮਾਤਮਾ ਦਾ ਹੀ ਆਸਰਾ ਹੈ। ਇਸ ਕਰਕੇ ਨਿਸ਼ਚੈ ਵਾਚਕ ਉਸ ਪਰਮਾਤਮਾ ਦਾ ਪੱਖ ਕਰਿਆ ਕਰ, ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਧਾਰਿਆ ਕਰ। ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ। ਇਸ ਲਈ ਹਜੂਰ ਕਹਿੰਦੇ ਹਨ ਕਿ ਸਾਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਪੱਖ ਚੰਗਾ ਨਹੀਂ ਲੱਗਦਾ। ਅਥਵਾ ਜੋ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣ ਵਾਲੇ ਗੁਰਮੁਖ ਹਨ, ਉਹਨਾਂ ਤੋਂ ਬਿਨਾਂ ਸੰਸਾਰ ਦੇ ਮਨਮੁਖ ਜੀਵਾਂ ਦਾ, ਸਾਖਤ ਪੁਰਸ਼ਾਂ ਦਾ ਪਿਆਰ ਬਿਲਕੁਲ ਚੰਗਾ ਨਹੀਂ ਲੱਗਦਾ। ਉਹਨਾਂ ਦਾ ਪੱਖ ਸਾਡੇ ਮਨ ਨੂੰ ਭਾਵਦਾ ਨਹੀਂ ਹੈ। ਹਾਂ ਹਰ ਗੁਣ ਗਾਵਾ ਅਸੰਖ ਅਨੇਕ। ਇਸ ਲਈ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਮਹਾਰਾਜ ਕਿੰਨੇ ਕੁ ਗੁਣ ਗਾਉਂਦੇ ਹੋ? ਅਸੰਖ ਅਨੇਕ, ਜਿਹੜੇ ਗਿਣਤੀ ਤੋਂ ਰਹਿਤ ਹਨ। ਅਣਗਿਣਤ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਇਹ ਪ੍ਰਾਣਾ ਧਾਰੀ ਜੀਵ, ਇਹ ਨਹੀਂ ਹੈ ਕਿ ਥੋੜਾ ਸਮਾਂ ਨਾਮ ਜਪਿਆ ਫਿਰ ਗਿਣਤੀ ਕਰ ਲਈ ਕਿ ਮੈਂ ਤਾਂ ਇੰਨੀਆਂ ਮਾਲਾ ਫੇਰ ਦਿੱਤੀਆਂ, ਮੈਂ ਜੀ ਇੰਨੇ ਪਾਠ ਕਰ ਲਏ ਹੈ। ਹਜੂਰ ਕਹਿੰਦੇ ਪਰਮਾਤਮਾ ਦੇ ਗੁਣ ਗਾਉਣੇ ਹੈ ਨਾ ਅਣਗਿਣਤ, ਗਿਣਤੀ ਨਾ ਕਰਿਆ ਕਰ। ਇੱਕ ਚਿੱਤ ਹੋ ਕੇ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਗਾਈ ਜਾਇਆ ਕਰ, ਕਿਉਂਕਿ ਇਹ ਪ੍ਰਾਣਾ ਧਾਰੀ ਜੀਵ ਤੇਰੇ ਤੇ ਉਪਕਾਰ ਇੰਨੇ ਜ਼ਿਆਦਾ ਪਰਮਾਤਮਾ ਨੇ ਕੀਤੇ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਜਨਮ ਤੋਂ ਲੈ ਕਰਕੇ ਸਾਧ ਸੰਗਤ ਜੀ ਦੇਖਿਆ ਜਾਵੇ, ਗਿਣੇ ਨਹੀਂ ਜਾ ਸਕਦੇ ਪਰਮਾਤਮਾ ਦੇ ਕਿੰਨੇ ਸਾਡੇ ਉੱਪਰ ਉਪਕਾਰ ਹਨ। ਪਰਮਾਤਮਾ ਨੇ ਕਿੰਨਾ ਸਾਡਾ ਭਲਾ ਕੀਤਾ ਹੈ। ਸਾਨੂੰ ਅਕਿਰਤ ਕਣਾ ਜੀਵਾਂ ਨੂੰ ਫੇਰ ਵੀ ਪਰਮਾਤਮਾ ਰਿਜ਼ਕ, ਰੋਟੀ, ਦਾਣਾ ਪਾਣੀ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ, ਦੇ ਹੀ ਜਾਂਦਾ। ਪਰਮਾਤਮਾ ਦਾ ਅਸੀਂ ਭਾਵੇਂ ਸ਼ੁਕਰਾਨਾ ਵੀ ਨਹੀਂ ਨਾ ਕਰਦੇ, ਫੇਰ ਵੀ ਪਰਮਾਤਮਾ ਸਾਨੂੰ ਦਾਤਾਂ ਦੇ ਹੀ ਜਾ ਰਿਹਾ ਹੈ। ਕਿੰਨਾ ਵੱਡਾ ਉਪਕਾਰੀ ਉਹ ਪਰਮਾਤਮਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹੈ ਜੀਵਾ
ਹਉ ਹਰ ਗੁਣ ਗਾਵਾ ਅਸੰਖ ਅਨੇਕ। ਇਸ ਲਈ ਅਣਗਿਣਤ ਉਸ ਪਰਮਾਤਮਾ ਦੇ ਅਨੇਕਾਂ ਹੀ ਅਸੀਂ ਗੁਣ ਗਾਉਂਦੇ ਆ, ਜੋ ਸਦਾ ਰਹਿਣ ਵਾਲਾ ਹੈ। ਪਰਮਾਤਮਾ ਉਪਕਾਰੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਿਨ ਸਿਉ ਧੜੇ ਕਰਹਿ ਸੇ ਜਾਹੇ। ਕਹਿੰਦੇ ਕਿ ਜਿਹੜੇ ਸੰਸਾਰ ਦੇ ਜੀਵ, ਕੋਈ ਕਿਸੇ ਨਾਲ ਧੜੇ ਕਿਸੇ ਨਾਲ ਪੱਖ ਕਰਦਾ, ਕੋਈ ਕਿਸੇ ਦੇ ਨਾਲ ਧੜਾ ਕਰੀ ਜਾਂਦਾ, ਪਰ ਉਹ ਸਦਾ ਰਹਿਣ ਵਾਲੇ ਥੋੜ੍ਹਾ। ਸਦਾ ਰਹਿਣ ਵਾਲਾ ਤਾਂ ਪਰਮਾਤਮਾ ਹੀ ਹੈ ਨਾ। ਮਹਾਰਾਜ ਕਹਿੰਦੇ ਜਿਨ ਸਿਉ ਧੜੇ ਕਰੇ ਸੇ ਜਾਹੇ। ਉਹ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਸਾਥ ਛੱਡ ਜਾਣਾ, ਪਤਾ ਨਹੀਂ ਕਿਹੜੇ ਵੇਲੇ ਸੰਸਾਰ ਤੋਂ ਸਰੀਰ ਨੂੰ ਤਿਆਗ ਕਰਕੇ ਚਲੇ ਜਾਣਾ, ਤੇ ਫਿਰ ਕੌਣ ਉਹਨਾਂ ਤੋਂ ਸਹਾਇਕ ਬਣੇਗਾ। ਜੇ ਸਦਾ ਰਹਿਣ ਵਾਲਾ ਪਰਮਾਤਮਾ ਹੈ ਤੇ ਫਿਰ ਪਰਮਾਤਮਾ ਹੀ ਸਹਾਇਕ ਬਣ ਸਕਦਾ ਹੈ ਨਾ। ਹਰ ਸਮੇਂ ਕਿਸੇ ਵੀ ਸਮੇਂ ਰੱਬ ਨੂੰ ਚੇਤੇ ਕਰ ਲਈਏ। ਇਸ ਲਈ ਹਜ਼ੂਰ ਕਹਿੰਦੇ ਹੈ ਜੀਵ, ਜਿਨ੍ਹਾਂ ਸੰਸਾਰੀ ਜੀਵਾਂ ਦੇ ਨਾਲ ਤੂੰ ਧੜੇ ਤੂੰ ਪੱਖ ਕਰਦਾ, ਪਿਆਰ ਕਰਦਾ, ਉਹਨਾਂ ਨੇ ਆਖਰਕਾਰ ਆਪਣੀ ਪ੍ਰਾਰਬਧ ਪੂਰੀ ਹੋਣ ਤੇ ਸੰਸਾਰ ਤੋਂ ਚਲੇ ਜਾਣਾ ਹੈ। ਝੂਠ ਧੜੇ ਕਰ ਪਛੋਤਾਹੇ। ਇਸ ਲਈ ਜਿਹੜੇ ਝੂਠੇ ਕੀਤੇ ਹੋਏ ਪੱਖ ਹੈ ਨਾ, ਉਹਨਾਂ ਨੂੰ ਕਰਨ ਦੇ ਨਾਲ ਬਾਅਦ ਵਿੱਚ ਪਛਤਾਤਾਪ ਹੀ ਕਰਨਾ ਪਵੇਗਾ। ਬਾਅਦ ਵਿੱਚ ਜੀਵ ਨੂੰ ਪਛਤਾਉਣਾ ਹੀ ਪੈਂਦਾ ਕਿ ਮੈਂ ਜ਼ਿੰਦਗੀ ਭਰ ਇਸ ਬੰਦੇ ਦਾ ਪੱਖ ਕਰਦਾ ਰਿਹਾ ਤੇ ਹੁਣ ਦੌੜ ਪੈਣ ਤੇ ਇਹਨੇ ਮੋਢਾ ਫੇਰ ਲਿਆ। ਇੱਦਾਂ ਹੀ ਹੁੰਦਾ ਨਾ ਜੀਵਨ ਦੇ ਵਿੱਚ, ਕਿ ਹਰ ਥਾਂ ਤੇ ਇਹਦੇ ਨਾਲ ਮੈਂ ਮੋਢੇ ਨਾਲ ਮੋਢਾ ਜੋੜ ਕਰਕੇ ਸਾਥ ਦਿੰਦਾ ਰਿਹਾ, ਪਰ ਜੇ ਹੁਣ ਮੈਨੂੰ ਲੋੜ ਪੈ ਗਈ ਤੇ ਇਸ ਨੇ ਮੋਢਾ ਫੇਰ ਲਿਆ, ਲਾਂਭੇ ਹੋ ਗਿਆ। ਇਹ ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਝੂਠੇ ਪੱਖ ਹੈ ਨਾ, ਝੂਠਾ ਪਿਆਰ ਹੈ, ਝੂਠੇ ਧੜੇ ਸੰਸਾਰ ਦੇ ਹੈ, ਇਹਨਾਂ ਨੂੰ ਕਰਨ ਦੇ ਨਾਲ ਬਾਅਦ ਵਿੱਚ ਪਛਤਾਉਣਾ ਹੀ ਪੈਂਦਾ ਹੈ। ਥਿਰ ਨਾ ਰਹੇ ਮਨ ਖੋਟ ਕਮਾਹੇ। ਕਿਉਂਕਿ ਇਹ ਸਦਾ ਥਿਰ ਟਿਕੇ ਨਹੀਂ ਰਹਿ ਸਕਦੇ, ਮਨ ਦੇ ਵਿੱਚ ਖੋਟ ਕਮਾ ਦਿੰਦੇ ਹੈ। ਕੋਈ ਨਾ ਕੋਈ ਸੰਸਾਰ ਦੇ ਅੰਦਰ ਜੀਵ ਹੈ, ਮਹਾਰਾਜ ਕਹਿੰਦੇ ਕਿਸੇ ਨਾ ਕਿਸੇ ਬਹਾਨੇ ਫਿਰ ਖੋਟ ਕਮਾ ਜਾਂਦਾ ਹੈ, ਛਲ ਕਰ ਜਾਂਦਾ ਹੈ, ਖੋਟਾਪਨ ਕਰ ਜਾਂਦਾ ਹੈ। ਉਹ ਮਨੁੱਖ ਦਾ ਫਿਰ ਸਾਥ ਨਹੀਂ ਦਿੰਦਾ, ਸਾਥ ਛੱਡ ਦਿੰਦਾ ਹੈ। ਇੱਦਾਂ ਦੇ ਜੀਵਨ ਦੇ ਵਿੱਚ ਹਾਲਤ ਬਣ ਜਾਂਦੀ ਹੈ। ਇਸ ਲਈ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਇਹ ਪ੍ਰਾਣਾ ਧਾਰੇ ਜੀਵ ਥਿਰ ਨਾ ਰਹੇ ਮਨ ਖੋਟ ਕਮਾਹੇ। ਇਹ ਦੁਨੀਆ ਦੇ ਜਿੰਨੇ ਵੀ ਪੱਖ ਹਨ, ਜਿੰਨੇ ਵੀ ਧੜੇ ਹੈ, ਸਦਾ ਟਿਕੇ ਰਹਿਣ ਵਾਲੇ ਨਹੀਂ ਹਨ। ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀ ਪ੍ਰਮਾਤਮਾ ਦਾ ਪੱਖ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲਾਇਆ, ਜਿਸ ਦੇ ਸਮਰੱਥ ਕੋਈ ਪਹਿਲਾਂ ਨਹੀਂ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਪਰਮਾਤਮਾ ਜਿਨ੍ਹਾਂ ਜੀਵਾਂ ਦਾ ਪੱਖ ਕਰਦਾ ਹੈ ਨਾ, ਆਪਣੇ ਪਿਆਰਿਆਂ ਦਾ, ਹਜ਼ੂਰ ਕਹਿੰਦੇ ਹਨ ਉਹਨਾਂ ਪੱਖ ਹੋਰ ਨਹੀਂ ਕੋਈ ਸੰਸਾਰ ਦੇ ਅੰਦਰ ਕਰ ਸਕਦਾ, ਜਿਨ੍ਹਾਂ ਦਾ ਪੱਖ ਪਰਮਾਤਮਾ ਕਰਦਾ ਹੈ। ਤਾਂ ਹੀ ਤਾਂ ਗੁਰਮੁਖ ਪਿਆਰੇ, ਬੰਦਗੀ ਕਰਨ ਵਾਲੇ ਸਤਿਪੁਰਸ਼ ਅਡੋਲ ਹੋ ਕੇ ਜੀਵਨ ਨਿਰਵਾਹ ਕਰਦੇ ਆ। ਕੋਈ ਪਰਵਾਹ ਨਹੀਂ ਹੁੰਦੀ ਉਹਨਾਂ ਨੂੰ। ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਪਾਕ ਕਹੀਏ ਜਿਨ੍ਹਾਂ ਦਾ ਪੱਖ ਪਰਮਾਤਮਾ ਕਰਦਾ, ਉਹ ਫਿਰ ਬੇਪਰਵਾਹ ਅਡੋਲ ਹੋ ਕੇ ਜੀਵਨ ਨਿਰਵਾਹ ਕਰਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਹੈ, हे ਪ੍ਰਾਣਾ ਧਾਰੇ ਜੀਵ, ਪਰਮਾਤਮਾ ਜੈਸਾ ਪੱਖੀ ਕੋਈ ਵੀ ਸੰਸਾਰ ਦੇ ਅੰਦਰ ਨਹੀਂ ਹੈ ਜੋ ਵਾਹਿਗੁਰੂ ਦੇ ਸਰੂਪ ਦੀ ਬਰਾਬਰਤਾ ਕਰ ਸਕੇ। ਇਹ ਸਭ ਧੜੇ ਮਾਇਆ ਮੋਹ ਪਸਾਰੀ। ਕਿਉਂਕਿ ਜਿੰਨੇ ਵੀ ਦੁਨੀਆ ਦੇ ਧੜੇ, ਜਿੰਨੇ ਵੀ ਪੱਖ ਹਨ, ਇਹ ਕੇਵਲ ਸਰੀਰਾਂ ਦਾ ਮੋਹ ਜਿੰਨਾ ਵੀ ਪਸਾਰਾ ਹੈ, ਕੇਵਲ ਮਾਇਆ ਦੀ ਮੋਹ ਮਮਤਾ ਕਰਕੇ ਹੈ। ਹਰ ਕੋਈ ਜੀਵ ਸਵਾਰਥ ਕਰਕੇ ਪੱਖ ਕਰਦਾ। ਪਹਿਲਾਂ ਕਿੰਨਾ ਮਨ ਦੇ ਵਿੱਚ ਸੋਚਦਾ ਕਿ ਆਉਣ ਵਾਲੇ ਸਮੇਂ ਵਿੱਚ ਮੈਨੂੰ ਇਹ ਇਹਦੇ ਤੋਂ ਸਵਾਰਥ ਹੋਵੇਗਾ, ਮੈਨੂੰ ਇਹ ਇਸ ਮਨੁੱਖ ਤੋਂ ਮਤਲਬ ਹੈ, ਇਸ ਕਰਕੇ ਮੈਂ ਹੁਣ ਇਹਦਾ ਪੱਖ ਕਰਾਂਗਾ ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਕੰਮ ਦੇਵੇਗਾ। ਇਸੇ ਤਰ੍ਹਾਂ ਹੀ ਹੈ ਨਾ ਸਾਧ ਸੰਗਤ ਜੀ, ਹਰ ਕੋਈ ਮਨੁੱਖ ਆਪੋ ਆਪਣਾ ਸਵਾਰਥ ਦੇਖਦਾ ਹੈ, ਪਰ ਪਰਮਾਤਮਾ ਕੋਈ ਸਵਾਰਥ ਨਹੀਂ ਦੇਖਦਾ। ਪਰਮਾਤਮਾ ਹਿਰਦੇ ਦਾ ਪਿਆਰ ਦੇਖਦਾ। ਜਿਸ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੁੰਦਾ ਹੈ, ਜਿਸ ਹਿਰਦੇ ਅੰਦਰ ਸੱਚੀ ਭਾਵਨਾ ਸ਼ਰਧਾ ਹੁੰਦੀ ਹੈ,
ਪਰਮਾਤਮਾ ਉਹਨਾਂ ਵਡਭਾਗੇ ਪੁਰਖਾਂ ਦਾ ਪੱਖ ਕਰਦਾ, ਉਹਨਾਂ ਦੀ ਰੱਖਿਆ ਕਰਦਾ, ਉਹਨਾਂ ਦਾ ਸਹਾਇਕ ਬਣਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਹੈ, ਜੀਵ ਇਹ ਸਭ ਧੜੇ ਮਾਇਆ ਮੋਹ ਪਸਾਰੀ। ਇਹ ਨਿਸ਼ਚੈ ਕਰਕੇ ਜਾਣ ਕਿ ਸੰਸਾਰ ਦੇ ਜਿੰਨੇ ਵੀ ਪੱਖ ਆ ਨਾ, ਸੰਸਾਰ ਦੇ ਜਿੰਨੇ ਵੀ ਧੜੇ ਆ, ਇਹ ਕੇਵਲ ਮਾਇਆ ਕਰਕੇ, ਕੇਵਲ ਸਵਾਰਥ ਕਰਕੇ ਹੀ ਬਣੇ ਹਨ। ਮਾਇਆ ਕੋ ਲੂਜਹਿ ਗਾਵਾਰੀ। ਗਵਾਰੀ ਜਿਹੜੇ ਝੱਲੇ ਜੀਵ ਬੇਸਮਝ ਹਨ, ਉਹ ਕੇਵਲ ਮਾਇਆ ਨੂੰ ਲੁੱਝੇ ਹਰ ਸਮੇਂ ਮਾਇਆ ਵਾਸਤੇ ਝਗੜਦੇ ਰਹਿੰਦੇ ਹਨ। ਕਦੇ ਕਿਸੇ ਦਾ ਪੱਖ ਕਰ ਲਿਆ ਕਿ ਜੇ ਮੈਂ ਇਸ ਬੰਦੇ ਦਾ ਪੱਖ ਕਰਾਂਗਾ ਤੇ ਮੈਨੂੰ ਬਹੁਤੀ ਮਾਇਆ ਮਿਲੇਗੀ। ਮਾਇਆ ਕਰਕੇ ਝਗੜਦੇ ਰਹਿੰਦੇ, ਬਿਨਾਂ ਗੱਲ ਤੋਂ ਕਈ ਵਾਰ ਕਿਸੇ ਦੇ ਗਲ ਪੈ ਜਾਣਾ ਖੁਸ਼ਾਮਦ ਕਰਨ ਦੇ ਵਾਸਤੇ। ਇਉਂ ਕਹਿੰਦੇ ਹਨ ਕਿ ਜਿਹੜੇ ਸੰਸਾਰ ਦੇ ਬੇਸਮਝ ਝੱਲੇ ਜੀਵ ਹੈ ਨਾ, ਮਾਇਆ ਕਰਕੇ ਝਗੜਦੇ ਰਹਿੰਦੇ ਹੈ। ਇਹ ਦੁਨਿਆਵੀ ਮਾਇਆ ਦੇ ਸੁੱਖਾਂ ਕਰਕੇ ਹੀ ਬਾਰ-ਬਾਰ ਪੱਖ ਕਰਦੇ ਰਹਿੰਦੇ ਹਨ। ਜਨਮ ਮਰਹਿ ਜੂਐ ਬਾਜੀ ਹਾਰੀ। ਪਰ ਸੰਸਾਰ ਤੋਂ ਕੁਝ ਖੱਟ ਕੇ ਥੋੜਾ ਜਾਂਦੇ ਹੈ ਜੋ ਪਰਮਾਤਮਾ ਦਾ ਪੱਖ ਨਹੀਂ ਕਰਦੇ। ਹਜੂਰ ਕਹਿੰਦੇ ਜਨਮ ਧਾਰਨ ਕਰਕੇ ਮਰ ਜਾਂਦੇ ਹੈ ਤੇ ਜੁਆਰੀਆਂ ਦੀ ਤਰ੍ਹਾਂ ਮਨੁੱਖਾ ਦੇਹੀ ਦੀ ਬਾਜੀ ਨੂੰ ਹਾਰ ਜਾਂਦੇ ਹਨ। ਹਮਰਾ ਹਰ ਧੜਾ ਜੇ ਹਾਲਤ ਪਲਤ ਸਭ ਸਵਾਰੀ। ਪਰ ਸਾਡਾ ਪੱਖ ਕਹਿੰਦੇ ਪਰਮਾਤਮਾ ਨੇ ਕੀਤਾ ਹੈ, ਅਸੀਂ ਪਰਮਾਤਮਾ ਦੇ ਨਾਲ ਧੜਾ ਕੀਤਾ ਹੈ। ਜਿਸ ਪਰਮਾਤਮਾ ਨੇ ਆਪਣੇ ਪਿਆਰਿਆਂ ਦਾ ਹਾਲਤ ਪਲਤ ਸਵਾਰੀ ਲੋਕ ਪਰਲੋਕ ਸਵਾਰ ਦੇਣਾ ਕੀਤਾ। ਪਰਮਾਤਮਾ ਨੇ ਉਹਨਾਂ ਦੀ ਸੰਗਤ ਕਰਨ ਵਾਲੇ ਸਭ ਜੀਵਾਂ ਨੂੰ ਵੀ ਸਵਾਰ ਦਿੱਤਾ ਹੈ, ਲੋਕ ਪਰਲੋਕ ਸੁਹੇਲਾ ਕਰ ਦਿੱਤਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦਾ ਪੱਖ ਕੀਤਾ, ਪਰਮਾਤਮਾ ਦੇ ਚਰਨਾਂ ਦਾ ਪਿਆਰ ਲਾਇਆ ਹੈ। ਕਲ ਯੁਗ ਮਹਿ ਧੜੇ ਪੰਜ ਚੋਰ ਝਗੜਾਏ। ਸਤਿਗੁਰੂ ਜੀ ਉਚਾਰਨ ਕਰ ਰਹੇ ਕਿ ਜਿਹੜੇ ਕਲਯੁਗ ਦੇ ਭਿਆਨਕ ਸਮੇਂ ਦੇ ਪੱਖ ਧੜੇ ਹੈ ਨਾ, ਇਹ ਪੰਜਾਂ ਵਿਕਾਰਾਂ ਰੂਪੀ ਚੋਰਾਂ ਕਰਕੇ ਹੀ ਬਾਰ-ਬਾਰ ਲੱਗੀ ਜਾ ਰਹੇ ਹੈ। ਇਹਨਾਂ ਔਗਣਾ ਕਰਕੇ, ਕਦੇ ਸਾਧ ਸੰਗਤ ਜੀ ਕ੍ਰੋਧ ਕਰਕੇ ਕਿਸੇ ਦਾ ਕੋਈ ਪੱਖ ਕਰੀ ਜਾਂਦਾ, ਕੋਈ ਲੋਭ ਕਰਕੇ ਕਿਸੇ ਦਾ ਪੱਖ ਕਰੀ ਜਾਂਦਾ, ਪਦਾਰਥਾਂ ਦਾ ਧਨ ਦਾ ਲੋਭ ਕਰਕੇ, ਤੇ ਕੋਈ ਸਰੀਰਾਂ ਦਾ ਮੋਹ ਕਰਕੇ ਪੱਖ ਕਰੀ ਜਾਂਦਾ। ਇਉਂ ਕੋਈ ਪਾਮਰ ਬਿਰਤੀ ਧਾਰਨ ਕਰਕੇ, ਮੰਦੇ ਵਿਚਾਰ ਮਨ ਵਿੱਚ ਧਾਰਨ ਕਰਕੇ ਕੋਈ ਸੰਸਾਰ ਦੇ ਅੰਦਰ ਕਿਸੇ ਦਾ ਪੱਖ ਕਰੀ ਜਾਂਦਾ ਪਿਆ ਹੈ। ਸਤਿਗੁਰੂ ਜੀ ਕਹਿੰਦੇ ਹਨ ਇਹ ਸੰਸਾਰ ਦੇ ਜਿੰਨੇ ਵੀ ਧੜੇ ਆ ਨਾ, ਪੰਜ ਚੋਰ ਝਗੜਾਏ, ਇਹਨਾਂ ਕਰਕੇ ਝਗੜਦੇ ਰਹਿੰਦੇ ਆ। ਪੰਜਾਂ ਵਿਕਾਰਾਂ ਰੂਪੀ ਚੋਰਾਂ ਕਰਕੇ, ਇਹਨਾਂ ਪੰਜਾਂ ਵਿਕਾਰਾਂ ਰੂਪੀ ਚੋਰਾਂ ਨੇ ਸੰਸਾਰ ਦੇ ਅੰਦਰ ਜੀਵਾਂ ਨੂੰ ਝਗੜਾਇਆ। ਕਦੇ ਕਿਸੇ ਨਾਲ ਝਗੜ ਪਏ, ਕਦੇ ਕਿਸੇ ਨਾਲ ਇਉਂ ਝਗੜਦੇ ਹਨ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਮਹਾਰਾਜ ਕਹਿੰਦੇ ਸ਼ੁਭ ਗੁਣਾ ਨਾ ਧਾਰਨ ਕਰਨੇ ਕਰਕੇ ਸੰਸਾਰੀ ਜੀਵਾਂ ਨੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਧਾਉਣਾ ਕੀਤਾ ਹੈ। ਕਿਉਂਕਿ ਜਿਸ ਮਨੁੱਖ ਦੇ ਕੋਲ ਵਸਤੂ ਵਿਚਾਰ ਦਾ ਗੁਣ ਨਹੀਂ ਹੈ ਨਾ, ਉਹ ਕਾਮੀ ਹੋ ਜਾਂਦਾ, ਪਾਮਰ ਬਣ ਜਾਂਦਾ ਹੈ। ਤੇ ਜਿਸ ਮਨੁੱਖ ਦੇ ਕੋਲ ਨਿਮਰਤਾ ਨਹੀਂ ਹੈ, ਸ਼ਾਂਤੀ ਨਹੀਂ ਹੈ, ਉਹ ਸਾਧ ਸੰਗਤ ਜੀ ਕ੍ਰੋਧੀ ਬਣ ਜਾਂਦਾ, ਉਹਦਾ ਕ੍ਰੋਧ ਵੱਧਦਾ ਰਹਿੰਦਾ ਹੈ। ਤੇ ਜਿਸ ਮਨੁੱਖ ਦੇ ਕੋਲ ਸੰਤੋਖ ਨਹੀਂ, ਉਹਦਾ ਲੋਭ ਹਰ ਸਮੇਂ ਵੱਧਦਾ ਰਹਿੰਦਾ, ਉਹ ਹਰ ਸਮੇਂ ਲੋਭੀ ਹੋ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਤੇ ਜਿਸ ਕੋਲ ਵਿਵੇਕ ਨਹੀਂ, ਮਹਾਰਾਜ ਕਹਿੰਦੇ ਉਹ ਹਰ ਸਮੇਂ ਸਰੀਰਾਂ ਦਾ ਮੋਹ ਕਰਦਾ ਰਹਿੰਦਾ। ਤੇ ਜਿਹੜਾ ਮਨੁੱਖ ਕਦੇ ਵੀ ਸ਼ਾਂਤੀ ਨਹੀਂ ਧਾਰਨ ਕਰਦਾ, ਕਦੇ ਨਿਮਰਤਾ ਨਹੀਂ ਧਾਰਨ ਕਰਦਾ, ਉਹਦਾ ਅਭਿਮਾਨ ਹਰ ਸਮੇਂ ਹੰਕਾਰ ਹੀ ਵੱਧਦਾ ਰਹਿੰਦਾ। ਮਹਾਰਾਜ ਕਹਿੰਦੇ ਇਹਨਾਂ ਔਗਣਾ ਕਰਕੇ ਇਹ ਜੀਵ ਕੋਈ ਆਪਣਾ ਲੋਭ ਵਧਾਈ ਜਾਂਦਾ, ਕੋਈ ਕ੍ਰੋਧ ਵਧਾਈ ਜਾਂਦਾ, ਕੋਈ ਸਰੀਰਾਂ ਦਾ ਮੋਹ ਦੇ ਵਿੱਚ ਹਰ ਸਮੇਂ ਪਰਚਿਆ ਰਹਿੰਦਾ। ਇਹੋ ਜਾਣੋ ਕਿ ਜੀਵਨ ਭਰ ਇਸੇ ਤਰ੍ਹਾਂ ਹੀ ਵੱਧਦੇ ਰਹਿੰਦੇ ਹਨ। ਜਿਸਨੋ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਉਹਨਾਂ ਨੂੰ ਸਤ ਸੰਗਤ ਦੇ ਮੇਲ ਵਿੱਚ ਮਿਲਾਉਂਦਾ ਹੈ, ਅਥਵਾ ਉਹਨਾਂ ਨੂੰ ਸਤ ਪੁਰਸ਼ਾਂ ਦੀ ਸੰਗਤ ਦਾ ਮਿਲਾਪ ਬਖਸ਼ਿਸ਼ ਕਰ ਦਿੰਦਾ ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ। ਹਜੂਰ ਦੇ ਬਚਨ ਪੜ੍ਹਦੇ ਹਨ ਕਿ ਜਿਨ੍ਹਾਂ ਦੇ ਪੂਰਬਲੇ ਭਾਗ ਜਾਗੀ ਹੈ ਉਹ ਮਹਾਰਾਜ ਦੀ ਸਤ ਸੰਗਤ ਵਿੱਚ ਆ ਕੇ ਮਿਲੇ ਹਨ। ਜਿਨ੍ਹਾਂ ਦੇ ਤੁਰੋਂ ਹੀ ਪਰਮਾਤਮਾ ਨੇ ਮਸਤਕ ਦੇ ਲੇਖ ਲਿਖ ਕਰਕੇ ਪਾਏ ਹੈ,
ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲਦੀ ਹੈ ਨਾ, ਤੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਉਹਨਾਂ ਨੂੰ ਪਿਆਰੀ ਸਤ ਸੰਗਤ ਦੇ ਵਿੱਚ ਮਿਲਿਆ ਹੈ। ਹਮਰਾ ਹਰ ਧੜਾ, ਜਿਨ ਇਹ ਧੜੇ ਸਭ ਗਵਾਏ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੀ ਆਖ ਰਹੇ ਹੈ, ਗੁਰਸਿੱਖੋ ਅਸੀਂ ਅਕਾਲ ਪੁਰਖ ਪਰਮਾਤਮਾ ਜੀ ਦਾ ਧੜਾ ਕੀਤਾ, ਪਰਮਾਤਮਾ ਦਾ ਪੱਖ ਕੀਤਾ, ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲਾਇਆ, ਜਿਸ ਕਰਕੇ ਸੰਸਾਰ ਦੇ ਜਿੰਨੇ ਵੀ ਪੱਖ ਹਨ ਪਰਮਾਤਮਾ ਨੇ ਗਵਾ ਦਿੱਤੇ ਹੈ, ਅਭਾਵ ਕਰ ਦਿੱਤੇ ਹੈ। ਇੰਨੀ ਜ਼ਿਆਦਾ ਹਿਰਦੇ ਦੀ ਅਡੋਲਤਾ ਬਖਸ਼ੀ ਕਿ ਸੰਸਾਰ ਦੀ ਕੋਈ ਪਰਵਾਹ ਨਹੀਂ। ਜਿੰਨੇ ਮਰਜ਼ੀ ਸੰਸਾਰ ਦੇ ਭਾਵੇਂ ਸਾਡੇ ਤੋਂ ਉੱਚੇ ਰੁਤਬੇ ਵਾਲੇ ਹੈ, ਬਹੁਤੇ ਧਨ ਪਦਾਰਥਾਂ ਵਾਲੇ ਨੇ, ਜਾਂ ਫਿਰ ਬਹੁਤੇ ਬਲ ਵਾਲੇ ਹੈ, ਮਹਾਰਾਜ ਕਹਿੰਦੇ ਵੱਡੀਆਂ ਹਕੂਮਤਾਂ ਵਾਲੇ, ਕਿਸੇ ਦਾ ਕੋਈ ਸਾਨੂੰ ਪਰਵਾਹ ਨਹੀਂ। ਸਭ ਦੁਨੀਆ ਦੇ ਪੱਖ ਪਰਮਾਤਮਾ ਨੇ ਹਿਰਦਿਓਂ ਗਵਾ ਦਿੱਤੇ, ਅਭਾਵ ਕਰ ਦਿੱਤੇ ਹਨ। ਮਿਥਿਆ ਦੂਜਾ ਭਾਵ ਧੜੇ ਬਹਿ ਪਾਵੈ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿੰਨੇ ਵੀ ਦਵੈਸ਼ ਭਾਵਨਾ ਵਾਲੇ ਪੱਖ ਹੈ ਨਾ, ਉਹ ਮਿਥਿਆ ਨਾ ਹੋਈਆਂ ਵਰਗੇ ਹਨ। ਅੱਜ ਵੀ ਹੈ ਨਹੀਂ, ਕੱਲ ਵੀ ਹੈ ਨਹੀਂ, ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਸਾਥ ਛੱਡ ਦੇਣਾ ਹੈ। ਪਰਾਇਆ ਛਿਦਰ ਅਟਕਲੈ, ਆਪਣਾ ਹੰਕਾਰ ਵਧਾਵੈ। ਪਰਾਇਆ ਛਿਦਰ ਅਟਕ ਲੈ, ਡੈਸ਼ ਦੇ ਨਾਲ ਉਚਾਰਨ ਕਰਨਾ, ਅਟਕੱਲਾ ਪਾਠ ਨਹੀਂ ਕਰਨਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਪਰਾਇਆ ਛਿਦਰ ਅਟਕ ਲੈ, ਕਹਿੰਦੇ ਕਿ ਜਿਹੜੇ ਪਰਾਏ ਹੋਰਨਾਂ ਦੇ ਔਗੁਣਾਂ ਨੂੰ ਹਰ ਸਮੇਂ ਦੇਖਦੇ ਰਹਿਣਾ। ਛਿਦਰ ਕਹਿੰਦੇ ਨੇ ਦੋਸ਼ਾਂ ਨੂੰ, ਔਗੁਣਾਂ ਨੂੰ, ਕਿ ਪਰਾਇਆਂ ਦੇ ਹੋਰਾਂ ਦੇ ਦੋਸ਼ਾਂ ਨੂੰ ਹਰ ਸਮੇਂ ਦੇਖਦੇ ਰਹਿਣਾ। ਅਟਕ ਲੈ ਤੇ ਭਾਵ ਇਉਂ ਕਹਿਣਾ ਕਿ ਇਹ ਬੰਦਾ ਤੇ ਮੈਨੂੰ ਗੱਲਾਂ ਕਰਦਾ ਸੀ, ਹੁਣ ਆਪ ਉਹ ਮੇਰੇ ਨਾਲ ਵੱਧ ਕੇ ਹੁਣ ਇਹ ਤਾਂ ਗਲਤੀਆਂ ਕਰਦਾ ਪਿਆ। ਭਾਵ ਕਿ ਜੀਵਨ ਦੇ ਵਿੱਚ ਕੋਈ ਗਲਤੀ ਹੋ ਜਾਣੀ, ਕਿਸੇ ਨੇ ਟੋਕ ਦਿੱਤਾ ਤੇ ਆਖਣਾ ਇਹ ਤਾਂ ਆਪ ਹੁਣ ਮੇਰੇ ਨਾਲ ਵੱਧ ਕੇ ਗਲਤੀਆਂ ਕਰਦਾ ਪਿਆ। ਆਪਣਾ ਹੰਕਾਰ ਵਧਾਈ ਜਾਣਾ, ਆਪਣਾ ਅਹੰਕਾਰ ਵਧਾਵੇ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪਰਾਇਆ ਛਿਦਰ ਅਟਕ ਲੈ, ਕਿਸੇ ਦੇ ਔਗੁਣਾਂ ਨੂੰ ਟਿਕਾ ਲੈਣਾ। ਕਿਸੇ ਨੇ ਜੀਵਨ ਦੇ ਵਿੱਚ ਕੋਈ ਗਲਤੀ ਕਰ ਦਿੱਤੀ, ਭੁੱਲ ਕਰ ਦਿੱਤੀ, ਉਹਦਾ ਮਖੌਲ ਉਡਾਉਣਾ, ਉਹਦੇ ਔਗਣ ਨੂੰ ਦੇਖ ਕਰਕੇ, ਦੋਸ਼ਾਂ ਨੂੰ ਦੇਖ ਦੇਖ ਕਰਕੇ ਉਹਦਾ ਮਜ਼ਾਕ ਬਣਾਉਣਾ। ਹਜੂਰ ਕਹਿੰਦੇ ਇਹ ਜਾਣੋ ਕਿ ਆਪਣਾ ਹੰਕਾਰ ਵਧਾਉਣ ਦੀ ਤਰ੍ਹਾਂ ਹੈ, ਆਪਣਾ ਅਹੰਕਾਰ ਵਧਾਵੇ। ਐਸੇ ਜਿਹੜੇ ਜੀਵ ਹਨ ਉਹ ਆਪਣੇ ਹੰਕਾਰ ਦੇ ਔਗਣ ਨੂੰ ਹਰ ਸਮੇਂ ਵਧਾਉਂਦੇ ਰਹਿੰਦੇ ਹਨ, ਦੂਜਿਆਂ ਦੇ ਦੋਸ਼ਾਂ ਨੂੰ, ਔਗੁਣਾਂ ਨੂੰ ਦੇਖ ਦੇਖ ਕਰਕੇ ਮਖੌਲ ਕਰਦੇ ਆ। ਜੈਸਾ ਬੀਜੈ ਤੈਸਾ ਖਾਵੈ। ਪਰ ਨਾਲ ਹਜੂਰ ਨੇ ਵੀ ਫਰਮਾਨ ਕਰ ਦਿੱਤਾ, ਜਿਹੋ ਜਿਹਾ ਕੋਈ ਬੀਜ ਬੀਜਦਾ ਹੈ ਨਾ, ਉਸੇ ਤਰ੍ਹਾਂ ਨੂੰ ਫਲ ਖਾਣਾ ਪੈਂਦਾ। ਜੇਕਰ ਕਿਸੇ ਦੇ ਦੋਸ਼ ਔਗਣ ਦੇਖ ਦੇਖ ਕਰਕੇ ਇਹ ਕਰਮਾਂ ਦਾ ਬੀਜ ਬੀਜਦਾ, ਆਖਰਕਾਰ ਭਲਿਆ ਜ਼ਿੰਦਗੀ ਵਿੱਚ ਪਤਾ ਨਹੀਂ ਆਪਣੇ ਤੇ ਕਿੱਦਾਂ ਦਾ ਸਮਾਂ ਆ ਜਾਣਾ। ਤਾਂ ਹੀ ਤਾਂ ਮਹਾਰਾਜ ਸਾਹਿਬ ਜੀ ਨੇ ਭਗਤ ਰਸਨਾ ਦੁਆਰਾ ਇਹ ਤਾੜਨਾ ਕੀਤੀ ਹੈ ਨਾ ਗੁਰਬਾਣੀ ਅੰਦਰ, ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ। ਆਪਣੇ ਉੱਚੇ ਮਹਿਲ ਨੂੰ ਦੇਖ ਕਰਕੇ ਐਵੇਂ ਹੰਕਾਰ ਨਾ ਕਰਿਆ ਕਰ। ਜਾਂ ਫਿਰ ਹਜੂਰ ਦੇ ਉਹ ਵੀ ਬਚਨ ਆਉਂਦੇ ਹਨ, ਕਬੀਰ ਰੰਕ ਨਾ ਹਸੀਆ ਕੋਏ, ਕਹਿੰਦੇ ਹਨ ਕਿ ਕਦੇ ਕੰਗਾਲ ਨੂੰ ਦੇਖ ਕਰਕੇ ਹਾਸਾ ਮਖੌਲ ਨਹੀਂ ਕਰਨਾ ਚਾਹੀਦਾ। ਅਜਹੋ ਸੁਨਾਓ ਸਮੁੰਦਰ ਮੈਂ ਹੈ, ਕਿਆ ਜਾਣੋ ਕਿਆ ਹੋਏ। ਅਜੇ ਕੀ ਪਤਾ ਆਪਣੇ ਨਾਲ ਕੀ ਬਣ ਜਾਣਾ, ਕੋਈ ਘੜੀ ਦਾ ਪਲਕ ਮਾਤਰ ਸਮੇਂ ਦਾ ਵੀ ਪਤਾ ਨਹੀਂ ਹੈ। ਅੱਜ ਆਪ ਉੱਚੇ ਰੁਤਬੇ ਦੇ ਬੈਠਾ ਤੇ ਪਰਜਾ ਨੂੰ ਕਿੰਨਾ ਲਿਤਾੜਦਾ ਪਿਆ, ਕਿੰਨਾ ਸੰਸਾਰ ਦੇ ਜੀਵਾਂ ਨੂੰ ਦੁੱਖ ਦਿੰਦਾ ਪਿਆ। ਤੇ ਜਦੋਂ ਇਹ ਸਮਾਂ ਤੇਰੇ ਤੇ ਬਣ ਗਿਆ ਤੇ ਫਿਰ ਤੈਨੂੰ ਕੀ ਪਤਾ ਲੱਗੇਗਾ, ਕੀ ਭਾਵ ਵਿਖਦੀ ਹੈ, ਕਿਵੇਂ ਇਹ ਦੁੱਖਾਂ ਨੂੰ ਜਦੋਂ ਮਹਿਸੂਸ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਇਸ ਕਰਕੇ ਕਿਸੇ ਨੂੰ ਦੇਖ ਕਰਕੇ ਹੰਕਾਰੀ ਬਣ ਕਰਕੇ ਕਦੇ ਹਾਸਾ ਮਖੌਲ ਨਹੀਂ ਕਰਨਾ ਚਾਹੀਦਾ। ਕਿਸੇ ਨੂੰ ਦੇਖ ਕਰਕੇ ਖਿੜਖੜਾ ਕੇ ਇਸ ਤਰ੍ਹਾਂ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਜੈਸਾ ਬੀਜੈ ਤੈਸਾ ਖਾਵੈ। ਮਨੁੱਖ ਜਿਹੋ ਜਿਹਾ ਕਰਮਾਂ ਦਾ ਬੀਜ ਬੀਜੇਗਾ
ਉਸੇ ਤਰ੍ਹਾਂ ਉਸ ਨੂੰ ਫਲ ਖਾਣਾ ਪਵੇਗਾ। ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੈ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਹੈ, ਗੁਰਸਿੱਖੋ, ਜੋ ਪ੍ਰਮਾਤਮਾ ਦਾ ਧੜਾ ਹਿਰਦੇ ਅੰਦਰ ਪਿਆਰ ਧਾਰਨ ਕਰਦੇ ਹੈ, ਪ੍ਰਮਾਤਮਾ ਦਾ ਪੱਖ ਕਰਦੇ ਹਨ, ਉਹ ਸੰਸਾਰ ਦੇ ਸਭ ਧੜਿਆਂ ਤੋਂ, ਸੰਸਾਰ ਦੇ ਸਭ ਥਾਵਾਂ ਤੋਂ ਜਿਤਾ ਦੇਣਾ ਕਰਦਾ, ਜਿੱਤ ਪ੍ਰਾਪਤ ਕਰਵਾ ਦਿੰਦਾ ਹੈ। ਜਿਨ੍ਹਾਂ ਨੇ ਪੱਖ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਤਾ, ਪ੍ਰਮਾਤਮਾ ਆਪ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ, ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਦਾ। ਹਜੂਰ ਕਹਿੰਦੇ ਸਭ ਸ੍ਰਿਸ਼ਟ ਜਿਣ ਆਵੈ, ਉਹ ਸਾਰੀ ਸ੍ਰਿਸ਼ਟੀ ਨੂੰ ਜਿੱਤ ਕਰਕੇ ਪਰਮਾਤਮਾ ਦੇ ਘਰ ਆਉਂਦੇ ਹੈ, ਵਾਹਿਗੁਰੂ ਦੀ ਅਭੇਦਤਾ ਪਾ ਲੈਂਦੇ ਹੈ। ਭਾਵੇਂ ਜਿੰਨੇ ਮਰਜ਼ੀ ਸਾਧ ਸੰਗਤ ਜੀ ਕਿੰਨੇ ਕਿੰਨੇ ਪ੍ਰਬਲ ਔਗਣ ਵਿਕਾਰ ਹੈ, ਇਹਨਾਂ ਨੂੰ ਜਿੱਤਣਾ ਬੜਾ ਕਠਿਨ ਹੈ। ਪਰ ਜਿਨ੍ਹਾਂ ਤੇ ਪ੍ਰਮਾਤਮਾ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ ਨਾ, ਉਹ ਸਾਧ ਸੰਗਤ ਜੀ ਇਹਨਾਂ ਔਗਣਾਂ ਨੂੰ, ਵਿਕਾਰਾਂ ਨੂੰ, ਇਹ ਜਿਹੜੇ ਜੀਵ ਦੇ ਦੁਸ਼ਮਣ ਹਨ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ, ਔਰ ਇਸੇ ਪ੍ਰਕਾਰ ਨਾ ਜਿੱਤੇ ਜਾਣ ਵਾਲਾ ਜੋ ਮਨ ਸਭ ਤੋਂ ਬਲ ਵਾਲਾ ਹੈ, ਉਹ ਮਨ ਨੂੰ ਵੀ ਜਿੱਤ ਲੈਂਦੇ ਹਨ, ਔਗਣਾਂ ਨੂੰ ਵੀ ਜਿੱਤ ਲੈਂਦੇ ਹੈ। ਤੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਘਰ ਵਿੱਚ ਸਾਰੀ ਸ੍ਰਿਸ਼ਟੀ ਤੋਂ ਜਿੱਤ ਪ੍ਰਾਪਤ ਕਰਕੇ ਵਾਹਿਗੁਰੂ ਦੇ ਘਰ ਵਿੱਚ ਆ ਜਾਂਦੇ ਹੈ। ਜੋ ਪ੍ਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦੇ ਹਨ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜੈਸਾ ਬੀਜੈ ਤੈਸਾ ਖਾਵੈ, ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।